ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਠਾਂਡੇ ਤਰੀ ਪ੍ਰੀਥਕ ਤੇ ਪਿਖਤ ਪਾਛਲੋ ਸਾਥ। ਆਏ ਮਿਲ ਹੈ ਇਕਠੇ ਸਕਲ ਉਲੰਘਨ ਕੋ ਚਹਿਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਹੀਦ ਸਤਿਗੁਰੂ ਪਰਉਪਕਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਕਿਰਪਾ, ਜਿਹੜੇ ਸਮੇਂ ਅਨੁਸਾਰ ਉਹਨਾਂ ਦੇ ਚਰਨ ਛੋਹ ਪਾਵਨ ਸਥਾਨ ਤੇ ਆਣ ਜੁੜ ਬੈਠੇ ਹੋ, ਔਰ ਹੁਣੇ ਮਾਣਯੋਗ ਭਾਈ ਸਾਹਿਬ ਜੀ ਹੋਣੀ ਬੜੇ ਪਿਆਰ ਦੇ ਨਾਲ ਸਾਨੂੰ ਸ਼ਬਦ ਕੀਰਤਨ ਸਰਵਣ ਕਰਵਾ ਕੇ ਗਏ ਨੇ। ਉਪਰੰਤ ਸਮਾਂ ਹੋਇਆ ਇਤਿਹਾਸ ਦੀ ਵਿਚਾਰ ਦਾ। ਆਪ ਸਾਰੀਆਂ ਸੰਗਤਾਂ ਤੇ ਮੈਂ ਬਲਿਆਰ ਜਾਂਦਾ ਜੋ ਇਤਿਹਾਸ ਦੀ ਕਥਾ ਦੇ ਨਾਲ ਇਤਨਾ ਸਨੇਹ ਰੱਖਦੇ ਹੋ। ਸਵੇਰੇ ਜਿਸ ਵੇਲੇ ਸ਼ਬਦ ਦੀ ਵਿਚਾਰ ਹੁੰਦੀ ਹੈ ਤਾਂ ਵੀ ਹੁਮਾ ਕੇ ਬੇਅੰਤ ਸੰਗਤਾਂ ਪਹੁੰਚਦੀਆਂ ਨੇ, ਔਰ ਅਜਿਹਾ ਹੋਰ ਵੀ ਦੁਨੀਆ ਦੇ ਅਨੇਕਾਂ ਸਾਡੇ ਗੁਰਦੁਆਰਿਆਂ ਵਿੱਚ ਹੈ। ਲੇਕਿਨ ਇਤਿਹਾਸ ਦੀ ਕਥਾ ਦੇ ਨਾਲ ਇਤਨਾ ਲਗਾਵ ਮੈਂ ਪ੍ਰਤੀਤ ਕਰਦਾ ਇਹ ਕੇਵਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੀ ਹੈ, ਜਾਂ ਫਿਰ ਬਾਬਾ ਦੀਪ ਸਿੰਘ ਹੋਰਾਂ ਦੇ ਜੋ ਸ਼ਹੀਦੀ ਅਸਥਾਨ ਹੈ ਦਰਬਾਰ ਸਾਹਿਬ ਵਿਖੇ, ਅੰਮ੍ਰਿਤਸਰ ਸਾਹਿਬ ਵਿਖੇ। ਗੁਰੂ ਪਿਆਰ ਦੇ ਵਿੱਚ, ਸਿੱਖੀ ਸਿਦਕ ਵਿੱਚ ਤੁਹਾਡਾ ਉਠਾਇਆ ਹੋਇਆ, ਸੰਗਤਾਂ ਦਾ ਉਠਾਇਆ ਹੋਇਆ ਇੱਕ ਕਦਮ ਦਾਸ ਦੇ ਸਿਰ ਮੱਥੇ ਤੇ ਹੈ। ਆਪ ਜੀ ਨੂੰ ਚੇਤੇ ਹੋਵੇਗਾ ਕਿ ਕੱਲ੍ਹ ਅਸੀਂ ਵਿਚਾਰ ਕਰ ਰਹੇ ਸਾਂ ਕਿ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗੁਰਿਆਈ ਦੀ ਸੇਵਾ ਸੰਭਾਲਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਆਏ। ਉੱਥੋਂ ਚੱਲ ਕੇ ਕੁਝ ਸਮਾਂ ਬੱਲੇ ਪਿੰਡ ਆ ਕੇ ਠਹਿਰੇ, ਔਰ ਬੱਲੇ ਪਿੰਡ ਤੋਂ ਵਾਪਸ ਫਿਰ ਬਕਾਲਾ, ਬਾਬਾ ਬਕਾਲਾ ਸਾਹਿਬ ਚਲੇ ਗਏ। ਕੁਝ ਸਮਾਂ ਥੋੜ੍ਹਾ ਜਿਹਾ ਬਤੀਤ ਹੋਇਆ। ਭਾਈ ਮੱਖਣ ਸ਼ਾਹ ਹੋਰਾਂ ਨੇ ਇੱਛਾ ਪ੍ਰਗਟ ਕੀਤੀ, ਪਾਤਸ਼ਾਹ ਹੁਣ ਮੈਨੂੰ ਆਗਿਆ ਬਖਸ਼ੋ, ਮੈਨੂੰ ਆਪਣੇ ਨਗਰ ਤੋਂ ਆਇਆ ਕਈ ਮਹੀਨੇ ਬੀਤ ਗਏ ਨੇ, ਮੈਂ ਜਾਣਾ ਚਾਹੁੰਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਅਸੀਂ ਵੀ ਜਾਣਾ ਹੀ ਚਾਹੁੰਦੇ ਹਾਂ ਇੱਥੋਂ। ਮੁੱਕਦੀ ਗੱਲ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਫੈਸਲਾ ਕਰ ਲਿਆ ਕਿ ਅਸੀਂ ਹੁਣ ਨਾ ਮਾਲਵੇ ਵਿੱਚ ਚਲੇ ਜਾਣਾ ਹੈ। ਧਿਆਨ ਰੱਖਣ ਵਾਲੀ ਗੱਲ ਹੈ, ਬਕਾਲਾ ਸਾਹਿਬ ਮਾਝੇ ਦੇ ਵਿੱਚ ਹੈ, ਬਿਆਸ ਦੇ ਪਾਰ। ਇੱਧਰੋਂ ਜਿਸ ਵੇਲੇ ਅਸੀਂ ਵਿਚਾਰਦੇ ਹਾਂ ਤਾਂ ਬਿਆਸ ਉੱਧਰੋਂ ਕ੍ਰਾਸ ਕਰਕੇ ਇੱਧਰ ਆਇਆ ਜਾਵੇ ਤੇ ਦੁਆਬਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਅੱਗੇ ਸਤਲੁਜ ਜਿਸ ਵੇਲੇ ਪਾਰ ਕੀਤਾ ਜਾਂਦਾ ਲੁਧਿਆਣੇ ਦੇ ਕੋਲੋਂ, ਤਾਂ ਫਿਰ ਇਹ ਮਾਲਵਾ ਇਲਾਕਾ ਆ ਜਾਂਦਾ ਹੈ। ਸਤਿਗੁਰਾਂ ਦੇ ਖਿਆਲ ਵਿੱਚ ਸੀ ਵੀ ਅਸੀਂ ਉੱਥੇ ਚਲੇ ਜਾਂਦੇ ਹਾਂ, ਔਰ ਉਹਨਾਂ ਨੇ ਆਪਣਾ ਖਿਆਲ ਪ੍ਰਗਟ ਕਰਨ ਤੋਂ ਸੰਕੋਚ ਨਹੀਂ ਕੀਤਾ। ਹਜ਼ੂਰ ਕਹਿਣ ਲੱਗੇ, ਭਾਈ ਜੀ ਗੱਲ ਇਹ ਹੈ, ਨਿਤ ਦੇ ਬਖੇੜਿਆਂ ਦੇ ਵਿੱਚ ਚੱਲਦਿਆਂ ਹੋਇਆਂ ਧਰਮ ਪ੍ਰਚਾਰ ਨੂੰ ਠੇਸ ਲੱਗਦੀ ਹੈ। ਜਿਹੜਾ ਸਾਡਾ ਜ਼ਿੰਮਾ ਲਗਾਇਆ ਗਿਆ ਹੈ ਉਹ ਪੂਰਾ ਕਰਨ ਦੇ ਵਿੱਚ ਵਿਘਨਕਾਰੀ ਲੋਕ ਵਿਘਨ ਪਾਉਂਦੇ ਰਹਿਣਗੇ। ਬਿਹਤਰ ਇਹ ਹੋਏਗਾ ਕਿ ਅਸੀਂ ਉੱਥੇ ਚਲੇ ਜਾਈਏ ਜਿੱਥੇ ਇਹ ਨਾ ਹੋਣ, ਤਾਂ ਕਿ ਨਿਰੰਤਰ ਸੋਹਣੇ ਢੰਗ ਦੇ ਨਾਲ
ਜਿਹੜੀ ਸਾਡੇ ਜ਼ਿੰਮੇ ਸੇਵਾ ਲਾਈ ਹੈ ਕਰਤਾਰ ਨੇ, ਅਸੀਂ ਉਹ ਸੇਵਾ ਨਿਭਾ ਸਕੀ ਹੈ। ਚਲੋ ਤੁਸੀਂ ਵੀ ਚੱਲੇ ਹੋ, ਅਸੀਂ ਵੀ ਚੱਲਦੇ ਹਾਂ। ਤੋ ਤਿਆਰ ਹੋਇਆ ਸਾਰਾ ਪਰਿਵਾਰ ਵੀ, ਮਾਣਯੋਗ ਭਾਈ ਸਾਹਿਬ ਮੱਖਣ ਸ਼ਾਹ ਵੀ, ਤੇ ਸਾਰੇ ਚੱਲ ਕੇ ਨਾ ਬਿਆਸ ਦਰਿਆ ਦੇ ਕਿਨਾਰੇ ਤੱਕ ਪਹੁੰਚ ਗਏ। ਉੱਥੇ ਪਹੁੰਚ ਕੇ ਰਵਾਨਾ ਹੋਣ ਲੱਗਦੇ ਨੇ। ਅਗਲੀ ਜਿਹੜੀ ਸਾਰੀ ਵਾਰਤਾ ਹੈ, ਮਾਣਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਹਾਕਵੀ ਜੀ ਜਿਵੇਂ ਪਿਆਰ ਨਾਲ ਵਰਣਨ ਕਰਦੇ ਨੇ, ਅਸੀਂ ਇਤਿਹਾਸ ਦੇ ਇਸ ਅਹਿਮ ਪੰਨੇ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ। ਇੱਕ ਪਾਸੇ ਧੀਰ ਮੱਲ ਹੈ, ਦੂਜੇ ਪਾਸੇ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਦੋਹਾਂ ਦੀ ਸ਼ਖਸੀਅਤ ਦੇ ਵਿੱਚ ਕਿਤਨਾ ਵੱਡਾ ਅੰਤਰ ਹੈ, ਇਹ ਅਸਾਂ ਨੇ ਅਨੁਭਵ ਕਰਨਾ ਹੋਏਗਾ। ਤੋ ਮਾਣਯੋਗ ਜੀ ਕਿਵੇਂ ਵਰਣਨ ਕਰਦੇ ਨੇ, ਆਓ ਸਾਰੇ ਆਪਾਂ ਪਿਆਰ ਨਾਲ ਅੱਗੇ ਚੱਲਣ ਦਾ ਯਤਨ ਕਰੀਏ। ਭਾਈ ਬਲੀ ਸਿੰਘ ਜੀ ਹੋਣੀ, ਗਿਆਨੀ ਜੀ ਹੋਣੀ, ਮਾਣਯੋਗ ਸਾਨੂੰ ਪਾਠ ਸਰਵਣ ਕਰਵਾਉਣਗੇ। ਇਸ ਤੋਂ ਪਹਿਲਾਂ ਸਾਰੇ ਗੁਰਸਿੱਖ ਮਾਈ ਪਾਈ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਠਾਂਡੇ ਤਰੀ ਪ੍ਰਤੀਖਤੇ, ਪਿਖਤ ਪਾਛਲੋ ਸਾਥ। ਸਤਿਗੁਰੂ ਮਹਾਰਾਜ ਬਿਆਸ ਦਰਿਆ ਦੇ ਕਿਨਾਰੇ ਤੇ ਪਹੁੰਚ ਗਏ, ਨਗਰ ਬਕਾਲੇ ਤੋਂ ਚੱਲ ਕੇ। ਔਰ ਉੱਥੇ ਪਹੁੰਚ ਕੇ ਨਾ ਹੁਣ ਬੇੜੀ ਦੀ ਇੰਤਜ਼ਾਰ ਕਰਨ ਲੱਗੇ, ਤੇ ਨਾਲ ਹੀ ਇੰਤਜ਼ਾਰ ਕਰਨ ਲੱਗੇ ਤਾਂ ਕਿ ਪਿਛਲਾ ਜਿਹੜਾ ਸਾਰਾ ਸਾਥ ਹੈ ਉਹ ਵੀ ਇੱਥੇ ਪਹੁੰਚ ਜਾਵੇ। ਆਏ ਮਿਲ ਹੈ ਇਕਠੇ ਸਕਲ, ਉਲੰਘਨ ਕੋ ਚਹਿਨਾਥ। ਅਸੀਂ ਪਿਛਲਿਆਂ ਨੂੰ ਉਡੀਕ ਲਈਏ ਤਾਂ ਕਿ ਸਾਰੇ ਰਲ ਕੇ ਫਿਰ ਅਸੀਂ ਨਾ ਬੇੜੀ ਵਿੱਚ ਬੈਠ ਕੇ ਪਾਰ ਚਲੇ ਜਾਈਏ। ਚੋਪਈ ਅਲਪ ਵਸਤ ਕੁਛ ਸਦਨ ਮਝਾਰੀ। ਮਾਣਯੋਗ ਜੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਘਰ ਦੀਆਂ ਕੁਝ ਜਿਹੜੀਆਂ ਥੋੜੀਆਂ ਥੋੜੀਆਂ ਜੀਆਂ ਵਸਤੂਆਂ ਸਨ ਨਾ, ਰਾਸ਼ਨ ਆਦਿਆਂ ਕੁਛ, ਧੀਰ ਮਲ ਕੋ ਦੀਨਸ ਸਾਰੀ। ਉਹ ਸਾਰੀਆਂ ਧੀਰ ਮਲ ਨੂੰ ਦੇ ਦਿੱਤੀਆਂ ਤੁਰਨ ਤੋਂ ਪਹਿਲਾਂ। ਲੱਗ ਤੁਰੰਗਨ ਪਰ ਤਰਸੋ ਲਿਆਏ। ਔਰ ਉਹ ਜਿਹੜੀਆਂ ਸਨ ਨਾ ਉਹ ਤੁਰੰਗਣ ਤੇ ਲੱਦ ਕੇ, ਤੁਰੰਗਣ ਤੋਂ ਭਾਵ ਹੈ ਕੁਝ ਘੋੜੇ, ਕੁਝ ਘੋੜਿਆਂ ਤੇ ਲੱਦ ਕੇ ਨਾ ਹੋਰ ਸਮਾਨ ਜਿਹੜਾ ਸੀ ਲੈ ਆਏ। ਸਨੇ ਸਨੇ ਗੁਰ ਢਿਗ ਚਲ ਆਏ। ਹੌਲੀ ਹੌਲੀ ਨਾ ਇਹ ਸਾਰੇ ਪਹੁੰਚ ਗਏ ਕਿਨਾਰੇ ਤੇ। ਕੇਤਕ ਸਿੱਖ ਫਕੀਰ ਕਿਤੇਕ। ਤਾਂ ਕਈ ਜਿਹੜੇ ਹੋਰ ਗੁਰੂ ਕੇ ਸਿੱਖ ਸਨ ਨਾ, ਸਾਧੂ ਲੋਕ ਸਨ, ਉਹ ਵੀ ਨਾਲ ਰਲ ਗਏ। ਮਿਲ ਸੰਗੀ ਭੇ ਜਲਦ ਵਿਵੇਕ। ਇਹਨਾਂ ਨੇ ਵੀ ਚਾਹਿਆ ਕਿ ਜੇ ਸਤਿਗੁਰੂ ਚੱਲੇ ਨੇ ਬਕਾਲਾ ਛੱਡ ਕੇ, ਤੇ ਫਿਰ ਅਸੀਂ ਹੁਣ ਬਕਾਲੇ ਠਹਿਰ ਕੇ ਕੀ ਕਰਨਾ ਹੈ। ਇਹ ਵੀ ਸਾਰੇ ਨਾਲ ਆਣ ਰਲੇ। ਆਏ ਆਏ ਗੁਰ ਢਿਗ ਹੋਏ ਠਾਡੇ। ਸਤਿਗੁਰਾਂ ਦੇ ਕੋਲ ਪਹੁੰਚ ਕੇ ਆਣ ਖੜੋਤੇ। ਸ਼ਰਧਾਲੂ ਪ੍ਰੇਮੀ ਮਨ ਗਾਡੇ। ਬਹੁਤ ਸ਼ਰਧਾਲੂ, ਸ਼ਰਧਾ ਦੇ ਨਾਲ ਇਹਨਾਂ ਦਾ ਮਨ ਡਾਢਾ ਪਿਆਰ ਵਾਲਾ, ਭਾਵਨਾ ਵਾਲਾ। ਚਲੋ ਸਤਿਗੁਰਾਂ ਦੀ ਸੰਗਤ ਨਾਲੇ ਹੁੰਦੀ ਰਹੇਗੀ, ਨਾਲੇ ਸਾਡਾ ਇੱਥੇ ਬਕਾਲੇ ਠਹਿਰਨ ਦਾ ਤਾਂ ਕੋਈ ਹੋਰ ਮੰਤਵ ਪ੍ਰਯੋਜਨ ਹੋਇਆ ਹੀ ਨਾ, ਇਸ ਲਈ ਆ ਗਏ ਜੀ। ਇਤਨੇ ਮਹਿ ਸਿੱਖ ਸੋ ਚਲ ਆਇਓ। ਸੰਗਤ ਜੀਓ, ਮਾਣਯੋਗ ਭਾਈ ਸਾਹਿਬ ਆਖਦੇ ਨੇ, ਜਦੋਂ ਉਹਦੇ ਖੜੋਤੇ ਹੋਏ ਸਨ, ਪਿੱਛੋਂ ਸਮਾਨ ਆ ਰਿਹਾ ਸੀ, ਸਾਥੀ ਆ ਰਹੇ ਸਨ, ਪਰਿਵਾਰ ਅਜੇ ਪਿੱਛੇ ਆ ਰਿਹਾ ਸੀ, ਤਾਂ ਉਸ ਸਮੇਂ ਇੱਕ ਸਿੱਖ ਚੱਲ ਆਇਓ, ਇੱਕ ਸਿੱਖ ਆਣ ਪਹੁੰਚਿਆ। ਗੁਰੂ ਗ੍ਰੰਥ ਜਿਨ ਸੀਸ ਉਠਾਇਓ। ਜਿਨ੍ਹਾਂ ਨੇ ਪਾਵਨ ਸ਼੍ਰੀ ਗ੍ਰੰਥ ਸਾਹਿਬ ਜੀ ਆਪਣੇ ਸੀਸ ਤੇ ਉਠਾਇਆ ਹੋਇਆ ਸੀ। ਦੇਖਤ ਗੁਰ ਯਾਰ ਸਿੱਖ ਤਿਸ ਔਰ। ਅਸੀਂ ਅੱਜ ਬੜੇ ਅਦਬ ਦੇ ਨਾਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਿਆ ਕਰਦੇ ਹਾਂ, ਅਰੇ ਐਵੇਂ ਹੀ ਕਹਿਣਾ ਚਾਹੀਦਾ ਹੈਗਾ। ਕਾਵਿ ਰੂਪ ਦੇ ਵਿੱਚ
ਕਿਸੇ ਵੇਲੇ ਨਾ ਸੰਖੇਪਤਾ ਨਾਲ ਵੀ ਜ਼ਿਕਰ ਹੋ ਹੀ ਜਾਂਦਾ ਹੁੰਦਾ ਹੈ, ਇਹ ਸੁਭਾਵਿਕ ਹੈ। ਜਿਸ ਵੇਲੇ ਸਿੱਖ ਆਇਆ ਉਸ ਦੇ ਸਿਰ ਦੇ ਉੱਪਰ ਮੰਜੀ ਸਾਹਿਬ ਤੇ ਮੰਜੀ ਸਾਹਿਬ ਦੇ ਉੱਪਰ ਰੱਖਿਆ ਹੋਇਆ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਕਮਰ ਕੱਸਾ ਕੀਤਾ ਹੋਇਆ, ਜਿਹੜਾ ਕਿ ਦੂਰੋਂ ਵੇਖ ਕੇ ਹੀ ਪਤਾ ਲੱਗਿਆ ਸਤਿਗੁਰਾਂ ਨੂੰ। ਬੰਧਨ ਕਰੀ ਸਕਲ ਕਰ ਜੋਰ, ਬੜੇ ਧਿਆਨ ਦੇ ਨਾਲ ਸਾਰਿਆਂ ਨੇ ਉਧਰ ਸਿਰ ਨਿਵਾਇਆ ਹੱਥ ਜੋੜ ਕੇ। ਤੇਗ ਬਹਾਦਰ ਗੁਰੂ ਬਖਾਨਿਓ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤਦ ਕਹਿਣ ਲੱਗੇ, ਕੌਣ ਗ੍ਰੰਥ ਸਾਹਿਬ ਇਹ ਆਨਿਓ, ਇਹ ਕਿਹੜਾ ਗ੍ਰੰਥ ਸਾਹਿਬ ਤੁਸੀਂ ਲੈ ਕੇ ਆ ਰਹੇ ਹੋ? ਕਿਤਲੇ ਜਾਏ ਅਹ ਕਿਸ ਪਾਸ, ਇਹ ਕਿੱਧਰ ਲੈ ਕੇ ਜਾ ਰਹੇ ਹੋ? ਕਿਸ ਦੇ ਪਾਸ ਇਹ ਹੈ? ਕਿਸ ਨੇ ਭਾਵ ਰੱਖਿਆ ਹੋਇਆ ਹੈ? ਬੂਝੋ ਇਸ ਕੋ ਕਰੋ ਪ੍ਰਕਾਸ਼, ਆਪਣੇ ਕੋਲ ਖੜੋਤੇ ਹੋਏ ਸਿੱਖ ਨੂੰ ਆਖਿਆ, ਇਸ ਨੂੰ ਪੁੱਛੋ ਤੇ ਸਾਨੂੰ ਦੱਸੋ ਇਹ ਕੌਣ ਸੱਜਣ ਹੈ, ਕਿਸ ਦਾ ਇਹ ਪਾਵਨ ਗ੍ਰੰਥ ਸਾਹਿਬ ਹੈ ਤੇ ਇਹ ਕਿੱਧਰ ਲੈ ਕੇ ਜਾ ਰਿਹਾ ਹੈ? ਤਬ ਕਿਰਪਾਲ ਗੁਜਰੀ ਕੋ ਭਰਾਤ। ਹੁਣ ਇਹ ਕਿਉਂ ਪੁੱਛਣ ਦੀ ਲੋੜ ਪਈ? ਜੇ ਕਿਤੇ ਜਿਵੇਂ ਅਸੀਂ ਅੱਜ ਕਰਦੇ ਹਾਂ ਪਿੰਡਾਂ ਥਾਵਾਂ ਦੇ ਵਿੱਚ, ਕਿਤੇ ਪ੍ਰਕਾਸ਼ ਕਰਨਾ ਹੋਵੇ, ਕਿਤੇ ਪਾਠ ਕਰਨਾ ਹੋਵੇ, ਕੋਈ ਸਮਾਗਮ ਕਰਨਾ ਹੋਵੇ, ਤਾਂ ਇਕੱਲਾ ਇੱਕ ਸਿੱਖ ਲੈ ਕੇ ਤਾਂ ਨਹੀਂ ਨਾ ਜਾ ਰਿਹਾ ਹੁੰਦਾ, ਨਾਲ 2 4 5 ਘੱਟੋ ਘੱਟੀਆਂ ਵਧੀਕ ਹੋਇਆ ਕਰਦੇ ਨੇ, ਸ਼ਾਨ ਸ਼ੌਕਤ ਨਾਲ ਜਾਇਆ ਕਰਦੇ ਨੇ। ਲੇਕਿਨ ਇੱਥੇ ਇੱਕ ਸਿੱਖ ਹੀ ਕੇਵਲ ਮੰਜੀ ਸਾਹਿਬ ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਦੋਂ ਆ ਰਿਹਾ ਸੀ ਤਾਂ ਸਤਿਗੁਰਾਂ ਨੇ ਪੁੱਛਿਆ, ਕੋਲ ਖੜੋਤੇ ਹੋਏ ਉਹਨਾਂ ਦੇ ਸਾਹਿਬ ਜੀ ਦੇ ਕੋਲ ਖੜੋਤੇ ਹੋਏ ਕਿਰਪਾਲ ਜੀ। ਕਿਰਪਾਲ ਕੌਣ ਸਨ ਭਲਾ? ਤੁਹਾਨੂੰ ਯਾਦ ਹੋਏਗਾ, ਸਤਿਕਾਰਯੋਗ ਸ੍ਰੀ ਮਾਤ ਗੁਜਰੀ ਜੀ ਦੇ ਵੱਡੇ ਭਾਈ, ਜਿਨ੍ਹਾਂ ਨੂੰ ਅਸੀਂ ਅਕਸਰ ਹੀ ਜਿਸ ਵੇਲੇ ਫਿਰ ਸਾਹਿਬਜ਼ਾਦਾ ਆਉਂਦੇ ਨੇ ਤੇ ਉਹਨਾਂ ਨੂੰ ਮਾਮਾ ਜੀ ਆਖਦੇ ਨੇ, ਤਾਂ ਇਤਿਹਾਸ ਵਿੱਚ ਨਾ ਜਾਣ ਪਛਾਣ ਦੇ ਵਾਸਤੇ ਬਹੁਤਾ ਇਹਨਾਂ ਨੂੰ ਮਾਮਾ ਕਿਰਪਾਲ ਹੀ ਆਖਿਆ ਜਾਂਦਾ ਹੈ। ਭਾਵ ਕਿਰਪਾਲ ਜੀ ਖੜੋਤੇ ਸਨ, ਜਿਹੜੇ ਜਾਣਦੇ ਸਨ ਉਹ ਬੋਲੇ, ਸਰਬ ਸੁਨਾਏ ਭਨਿਓ ਸੋ ਬਿਰਤਾਂਤ। ਉਸਨੇ ਮਾਨਯੋਗ ਜੀ ਹੋਰਾਂ ਨੇ ਸਤਿਗੁਰਾਂ ਦੇ ਪਾਸ ਇਹ ਸਾਰਾ ਜ਼ਿਕਰ ਕੀਤਾ। ਸ਼੍ਰੀ ਗੁਰੂ ਅਰਜਨ ਪ੍ਰਥਮ ਲਿਖਾਇਓ, ਮਹਾਰਾਜ ਸ਼੍ਰੀ ਗੁਰੂ ਅਰਜਨ ਪ੍ਰਥਮ ਲਿਖਾਇਓ, ਜੋ ਸਤਿਗੁਰੂ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਜੀ ਨੇ ਪਹਿਲਾਂ ਗ੍ਰੰਥ ਸਾਹਿਬ ਲਿਖਵਾਇਆ ਸੀ। ਧੀਰ ਮਲ ਸੋ ਛਲ ਕਰ ਪਾਇਓ, ਜਿਹੜਾ ਕਿ ਧੀਰ ਮਲ ਨੇ ਛਲ ਜਿਹਾ ਕਰਕੇ ਨਾ ਆਪਣੇ ਕੋਲ ਸਾਂਭਿਆ ਹੋਇਆ ਹੈ। ਡੇਰਾ ਲੂਟ ਲੀਨ ਜਬ ਸਾਰੇ, ਜਿਸ ਵੇਲੇ ਭਾਈ ਮੱਖਣ ਸ਼ਾਹ ਹੋਣੀ ਜਾ ਕੇ ਉਸ ਦਾ ਡੇਰਾ ਲੁੱਟ ਲਿਆਏ ਸਨ ਨਾ, ਤਬ ਤੇ ਆਇਓ ਸਦਨ ਹਮਾਰੇ। ਉਦੋਂ ਤੋਂ ਹੀ ਜਿੱਥੇ ਬਾਕੀ ਸਮਾਨ ਲੁੱਟ ਕੇ ਲੈ ਆਏ ਸਨ, ਚੁੱਕ ਕੇ ਲੈ ਆਏ ਸਨ, ਨਾਲ ਗ੍ਰੰਥ ਸਾਹਿਬ ਵੀ ਲੈ ਆਏ ਸਨ, ਉਦੋਂ ਤੋਂ ਲੈ ਕੇ ਆਪਣੇ ਕੋਲ ਹੈ ਜੀ। ਮਹਾ ਮਹਾਤਮ ਹੈ ਇਸ ਕੇਰਾ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਪਾਵਨ ਗ੍ਰੰਥ ਸਾਹਿਬ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਲਿਖਵਾਇਆ ਭਾਈ ਸਾਹਿਬ ਗੁਰਦਾਸ ਜੀ ਹੋਰਾਂ ਦੇ ਪਾਸੋਂ, ਮਹਾ ਮਹਾਤਮ ਹੈ ਇਸ ਕੇਰਾ, ਇਸ ਦਾ ਬਹੁਤ ਵੱਡਾ ਮਹੱਤਵ ਹੈ। ਜਿਸ ਕੇ ਦਰਸ਼ਨ ਪੁੰਨ ਕਨੇਰਾ, ਜਿਸ ਦੇ ਦਰਸ਼ਨ ਕਰਨ ਦੇ ਨਾਲ ਸਾਨੂੰ ਸਭਨਾਂ ਨੂੰ ਬਹੁਤ ਲਾਭ ਹੁੰਦਾ ਹੈ। ਰਾਵਰ ਬੜਨ ਬਣਾਇਓ ਇਹੀ, ਮਹਾਰਾਜ ਆਪ ਜੀ ਦੇ ਵੱਡਿਆਂ ਨੇ, ਹੁਣ ਬਾਬਾ ਲੱਗਦੇ ਸਨ, ਦਾਦਾ ਜੀ ਸਨ ਸਤਿਗੁਰੂ ਗੁਰੂ ਅਰਜਨ ਸਾਹਿਬ, ਆਪ ਜੀ ਦੇ ਵੱਡਿਆਂ ਨੇ ਇਹ ਪਾਵਨ ਗ੍ਰੰਥ ਸਾਹਿਬ ਰਚਨ ਕੀਤਾ ਹੈ। ਇਸ ਢਿਗ ਹੋਏ ਪੂਜਾ ਬਹੁ ਲੇਹੀ, ਸਿੱਖ ਸੰਗਤਾਂ ਜਿਹੜੀਆਂ ਨੇ ਉਹਨਾਂ ਦੇ ਅੰਦਰ ਵੀ ਬਹੁਤ ਭਾਰੀ ਸਤਿਕਾਰ ਹੈ, ਅਦਬ ਹੈ। ਜਿਸ ਦੇ ਪਾਸ ਇਸ ਪਾਵਨ ਗ੍ਰੰਥ ਸਾਹਿਬ ਦੀ ਸੰਭਾਲ ਹੈ, ਸਿੱਖ ਸੰਗਤਾਂ ਉਸ ਦੀ ਬੜੀ ਸੰਭਾਲ ਕਰਦੀਆਂ ਨੇ, ਭਾਵ ਮਾਨ ਸਨਮਾਨ ਕਰਦੀਆਂ ਨੇ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੁਝ ਨਾ ਕੁਝ ਭੇਟ ਕਰਦੀਆਂ ਨੇ। ਇਸ ਕਰ ਸਰਬ ਸੰਗਤਾਂ ਆਵੈ, ਇਸ ਕਰਕੇ ਜਿੱਥੇ ਪਾਵਨ ਗ੍ਰੰਥ ਸਾਹਿਬ ਜੀ ਹੁੰਦਾ ਹੈ, ਸਿੱਖ ਸੰਗਤਾਂ ਅਦਬ ਦੇ ਨਾਲ ਆਇਆ ਕਰਦੀਆਂ ਨੇ। ਦਰਸਹਿ ਅਨਿਕ ਅਕੋਰ ਚੜਾਵੈ, ਦਰਸ਼ਨ ਕਰਦੀਆਂ ਨੇ ਤੇ ਨਾਨਾ ਪ੍ਰਕਾਰ ਦੀ ਭੇਟਾਂ
ਅਰਪਣ ਕਰਦੀਆਂ ਨੇ। ਜਾਂ ਤੇ ਆਪ ਨਿਕਟ ਅਬ ਰਹੈ। ਗਰੀਬ ਨਵਾਜ਼ ਪਾਤਸ਼ਾਹ ਕਿਉਂਕਿ ਇਹ ਹੁਣ ਆਪਣੇ ਕੋਲ ਸੀ ਤੇ ਇਹ ਹੁਣ ਗ੍ਰੰਥ ਸਾਹਿਬ ਆਪ ਨਿਕਟ ਅਬ ਰਹੈ, ਇਹ ਹੁਣ ਤੁਹਾਡੇ ਕੋਲ ਹੀ ਰਹੇਗਾ। ਅਪਰ ਥਾਨ ਕੇ ਉਚਿਤ ਨ ਹੈ। ਇਹ ਕਿਸੇ ਹੋਰ ਥਾਂ ਤੇ ਨਹੀਂ ਹੋਣਾ ਚਾਹੀਦਾ। ਸੁਨ ਸ਼੍ਰੀ ਤੇਗ ਬਹਾਦਰ ਕਹਿਓ। ਕੀ ਆਖਿਆ ਮਾਮਾ ਕਿਰਪਾਲ ਜੀ ਹੋਰਾਂ ਨੇ? ਕਿਰਪਾਲ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਕਿ ਇਹ ਪਾਵਨ ਗ੍ਰੰਥ ਉਹ ਗ੍ਰੰਥ ਹੈ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਰਾਮਸਰ ਦੇ ਸਥਾਨ ਤੇ ਬੈਠ ਕੇ ਲਿਖਵਾਇਆ ਸੀ, ਜਿਸ ਦਾ ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ। ਬਾਅਦ ਵਿੱਚ ਇਹ ਧੀਰਮਲ ਹੋਰਾਂ ਦੇ ਕੋਲ ਆ ਗਿਆ ਔਰ ਛਲ ਕਰਕੇ ਉਹਨਾਂ ਨੇ ਹਮੇਸ਼ਾ ਆਪਣੇ ਪਾਸ ਰੱਖਿਆ। ਇਸ ਦਾ ਕੀ ਭਾਵ ਹੈ? ਮੈਂ ਆਪ ਸੰਗਤਾਂ ਦੇ ਜੋ ਕੁਝ ਮੈਂ ਸਮਝ ਸਕਿਆ ਹਾਂ ਇਤਿਹਾਸਕ ਵਾਕਫੀਅਤ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਜਿਸ ਵੇਲੇ ਕਰਤਾਰਪੁਰ ਦਾ ਅਖੀਰਲਾ ਯੁੱਧ ਹੋਇਆ ਨਾ, ਭਾਈ ਸੰਤੋਖ ਸਿੰਘ ਹੋਰਾਂ ਦੇ ਹਿਸਾਬ ਦੇ ਨਾਲ ਇਹ ਯੁੱਧ 34 ਦੇ ਵਿੱਚ ਹੋਇਆ, 1634 ਵਿੱਚ। ਲੇਕਿਨ ਦੂਸਰੇ ਗੁਰੂ ਕੀਆਂ ਸਾਖੀਆਂ ਵਾਲੇ ਤੇ ਹੋਰ ਜਿਹੜੇ ਸੱਜਣ ਨੇ ਉਹ ਪਹੁੰਚਦੇ ਨੇ ਕਿ 1636 ਦੇ ਵਿੱਚ ਜਿਹੜਾ ਹੈ ਕਰਤਾਰਪੁਰ ਦਾ ਯੁੱਧ ਹੋਇਆ। ਚਲੋ ਹਮਰੇ ਸੰਗ ਤਾਂ ਕੌਣ ਪਰਿਵਾਰ ਸਾਰਾ ਧੀਰਮਲ ਸਮੇਤ ਇੱਥੇ ਕਰਤਾਰਪੁਰ ਉਦੋਂ ਟਿਕਿਆ ਹੋਇਆ ਸੀ। ਜਿਸ ਵੇਲੇ ਯੁੱਧ ਹੋ ਗਿਆ ਨਾ, ਦਿਨ ਸਨ ਗਰਮੀਆਂ ਦੇ, 2 ਦਿਨ ਲਗਾਤਾਰ ਯੁੱਧ ਚੱਲਦਾ ਰਿਹਾ। ਲਾਸ਼ਾਂ ਤੋਂ ਲੋਥਾਂ ਤੋਂ ਬਹੁਤ ਜ਼ਿਆਦਾ ਬਦਬੂ ਫੈਲਣ ਲੱਗ ਪਈ। ਤਾਂ ਪਿਛਲੇ ਪੈਰ ਜਿਸ ਵੇਲੇ ਪੈਂਦੇ ਖਾਨ ਤੇ ਕਾਲੇ ਖਾਨ ਇਹ ਸਾਰੇ ਮਾਰੇ ਗਏ ਨਾ, ਸਤਿਗੁਰਾਂ ਨੇ ਨਾਲ ਹੀ ਕਹਿ ਦਿੱਤਾ ਵੀ ਆਪਾਂ ਨਾ ਹੁਣ ਰਾਤ ਇੱਥੇ ਰੁਕਣਾ ਨਹੀਂ ਹੈਗਾ। ਸ਼ਾਇਦ ਓਵਰਨਾਈਟ ਦੂਜੇ ਦਿਨ ਸਵੇਰੇ ਭਲਕੇ ਆਖਿਆ ਹੋਵੇ, ਆਪਾਂ ਇੱਥੇ ਰੁਕੀਏ ਨਾ, ਕਿਉਂਕਿ ਜਿਉਂ-ਜਿਉਂ ਸਮਾਂ ਬੀਤੇਗਾ ਤੇ ਇੱਥੇ ਬਦਬੂ ਬਹੁਤ ਫੈਲੇਗੀ, ਜਿਹੜੀ ਕਿ ਪਰਿਵਾਰ ਵਾਸਤੇ ਤੇ ਸਾਰੀਆਂ ਸੰਗਤਾਂ ਫੌਜਾਂ ਦੇ ਵਾਸਤੇ ਵੀ ਸੁਖਦਾਈ ਨਹੀਂ ਹੋਵੇਗੀ, ਨੁਕਸਾਨਦੇਹ ਹੋਵੇਗੀ। ਫਿਰ ਕੀ ਕਰੀਏ ਆਪਾਂ ਕੀਰਤਪੁਰ ਨੂੰ ਕੂਚ ਕਰਾਂਗੇ। ਜਿਸ ਵੇਲੇ ਤੁਰਨ ਲੱਗੇ ਸਵੇਰੇ, ਤਾਂ ਉਸ ਵੇਲੇ ਬਾਕੀ ਸਮਾਨ ਦੇ ਨਾਲ ਸਤਿਗੁਰਾਂ ਦੇ ਭੇਜੇ ਹੋਏ ਸਿੱਖ ਨੇ ਆ ਕੇ ਧੀਰਮਲ ਹੋਰਾਂ ਦੇ ਕੋਲੋਂ ਪਾਵਨ ਗ੍ਰੰਥ ਸਾਹਿਬ ਲਿਜਾਣਾ ਚਾਹਿਆ। ਧੀਰਮਲ ਹੋਰਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਨਹੀਂ, ਇਹ ਮੇਰੇ ਕੋਲ ਰਹਿਣਾ ਚਾਹੀਦਾ ਹੈ, ਮੇਰੇ ਕੋਲ ਰਹੇ, ਜਾਂ ਜੋ ਵੀ ਲਫ਼ਜ਼ ਉਹਨਾਂ ਨੇ ਉਸ ਵੇਲੇ ਕਹਿਣੇ ਮੁਨਾਸਬ ਸਮਝੇ ਉਹ ਕਹੇ। ਸਤਿਗੁਰੂ ਮਹਾਰਾਜ ਨਾ ਇਸ ਬਖੇੜੇ ਨੂੰ ਨਾ ਵਧਾਇਆ, ਕੀਰਤਪੁਰ ਚਲੇ ਗਏ। ਫਗਵਾੜੇ ਦੇ ਕੋਲ ਲੜਾਈ ਹੋਈ ਤੇ ਕੀਰਤਪੁਰ ਚਲੇ ਗਏ। ਸਮਾਂ ਬੀਤਦਾ ਗਿਆ। 1638 ਦੇ ਵਿੱਚ ਬਾਬਾ ਗੁਰਦਿੱਤਾ ਜੀ ਚਲਾਣਾ ਕਰ ਗਏ। ਜਿਸ ਵੇਲੇ ਚਲਾਣਾ ਕੀਤਾ ਉੱਥੇ, ਤਾਂ ਫਿਰ ਸਤਿਗੁਰਾਂ ਨੇ ਇੱਥੇ ਸਿੱਖ ਨੂੰ ਭੇਜਿਆ ਕਿ ਧੀਰਮਲ ਕੋਲ ਜਾਓ ਕਿ ਉਹ ਆਪ ਵੀ ਆਵੇ, ਉਸ ਦੇ ਪਿਤਾ ਚਲਾਣਾ ਕਰ ਗਏ ਨੇ ਤੇ ਉਹਨਾਂ ਦੀ ਯਾਦ ਵਿੱਚ ਪਾਠ ਰੱਖਣਾ ਹੈ, ਇਸ ਲਈ ਨਾਲ ਪਾਵਨ ਸ਼੍ਰੀ ਗ੍ਰੰਥ ਸਾਹਿਬ ਵੀ ਲੈ ਆਵੇ। ਲੇਕਿਨ ਧੀਰਮਲ ਨਹੀਂ ਗਏ, ਗ੍ਰੰਥ ਸਾਹਿਬ ਇੱਥੇ ਰਿਹਾ। ਸਤਿਗੁਰੂ ਮਹਾਰਾਜ ਕੀਰਤਪੁਰ ਸਾਹਿਬ ਹੀ ਰਹਿੰਦੇ ਰਹੇ। ਇਵੇਂ ਸਮਾਂ ਬਤੀਤ ਹੁੰਦਾ ਗਿਆ ਤੇ 1644 ਵਿੱਚ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਗਏ। ਧੀਰਮਲ ਕਰਤਾਰਪੁਰ ਹੀ ਰਿਹਾ ਲਗਾਤਾਰ। ਹੁਣ ਨਾ ਜਿਸ ਵੇਲੇ 1644 ਤੋਂ ਬਾਅਦ 64 ਆ ਗਿਆ, 20 ਸਾਲ ਇਸ ਸਮੇਂ ਨੂੰ ਹੋਰ ਬਤੀਤ ਹੋ ਗਏ। ਤਦ ਨੂੰ ਇਹ ਬਕਾਲੇ ਚੂੰਕਿ ਆਪ ਵਿਆਹਿਆ ਗਿਆ ਸੀ, ਧੀਰਮਲ ਦਾ ਵਿਆਹ ਵੀ ਜਿਹੜਾ ਸੀ ਇਹ ਇੱਥੇ ਹੋਇਆ ਸੀ, ਬਕਾਲੇ ਹੋਇਆ ਸੀ। ਚੇਤਾ ਰੱਖਣਾ, ਕਨਫਿਊਜ਼ ਨਾ ਹੋਣਾ, 6ਵੇਂ ਪਾਤਸ਼ਾਹ ਦਾ ਵੀ ਆਨੰਦ ਕਾਰਜ ਇੱਥੇ ਹੋਇਆ ਸੀ ਨਾਨਕੀ ਜੀ ਦੇ ਨਾਲ, ਤੇ ਧੀਰਮਲ ਦਾ ਵੀ ਗੋਮਾ ਨਾਮ ਦੀ ਜਿਹੜੀ ਵਾਹਿਗੁਰੂ ਤੁਲਸਾ ਨਾਮ ਦੀ ਇਸਤਰੀ ਸੀ ਜਿਹੜੀ, ਉਸ ਦੇ ਨਾਲ ਇੱਥੇ ਵਿਆਹ ਹੋਇਆ। ਜਿਸ ਵੇਲੇ 8ਵੇਂ ਪਾਤਸ਼ਾਹ ਨੇ ਬਚਨ ਕੀਤਾ, ਬਾਬਾ ਬਸਤ ਹੈ ਬੀਚ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ, ਫਿਰ ਇਹ ਕਰਤਾਰਪੁਰੋਂ ਉੱਠ ਕੇ ਉਚੇਚੇ ਤੌਰ ਤੇ ਬਕਾਲੇ ਆ ਗਿਆ। ਇਸਨੇ ਆਖਿਆ ਮੇਰਾ ਫੌੜ ਫੱਬ ਗਿਆ ਹੁਣ। ਲੇਕਿਨ ਦਿਨ ਇਹ ਆ ਗਏ। ਗੱਲ ਜਿਹੜੀ ਅਸੀਂ ਵਿਚਾਰ ਰਹੇ ਸਾਂ, ਜਿਹੜਾ ਨੁਕਤਾ ਅਸੀਂ ਵਿਚਾਰ ਰਹੇ ਸਾਂ, ਉਹ ਇਹ ਸੀ ਕਿ ਉਦੋਂ ਤੋਂ ਲੈ ਕੇ ਇਸ ਨੇ ਆਪਣੇ ਛਲ ਦੇ ਨਾਲ
ਭਾਈ ਸਾਹਿਬ ਜੀ ਨੇ ਜੋ ਸ਼ਬਦ ਵਰਤਿਆ ਹੈ ਕਪਟ ਦੇ ਨਾਲ ਗ੍ਰੰਥ ਸਾਹਿਬ ਆਪਣੇ ਕੋਲ ਰੱਖਿਆ, ਆਪਣੇ ਹੁਣ ਕੀ ਲਫ਼ਜ਼ ਵਰਤ ਗਏ ਅਸੀਂ, ਆਪਣੇ ਕਬਜ਼ੇ ਵਿੱਚ ਰੱਖਿਆ। ਲੇਕਿਨ ਮੈਂ ਇੱਕ ਗੱਲ ਦਾ ਜ਼ਰੂਰ ਤੁਹਾਨੂੰ ਧਿਆਨ ਦਿਵਾਵਾਂਗਾ, ਅੱਗੇ ਚੱਲ ਕੇ ਫਿਰ ਸ਼ਾਇਦ ਪੁਆਇੰਟ ਆਵੇ ਤੇ ਮੈਂ ਆਪ ਜੀ ਪ੍ਰਤੀ ਜ਼ਿਕਰ ਕਰਾਂ। ਸਤਿਗੁਰੂ ਮਹਾਰਾਜ ਨੇ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਨਾ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਿਆ ਗਿਆ ਹੈ ਕਿ ਜੋ ਪਰਿਵਾਰਕ ਹੈ ਨਾ, ਪਰਿਵਾਰਕ ਪੱਧਰ ਤੇ ਕਿਸੇ ਪ੍ਰਕਾਰ ਦਾ ਕਲੇਸ਼ ਨਾ ਬਣੇ, ਵੱਧ ਤੋਂ ਵੱਧ ਨਾ ਇਸ ਨੂੰ ਅਵਾਇਡ ਕੀਤਾ ਜਾਏ। ਹੁਣ ਜੇ ਧੀਰਮਲ ਨੇ ਗ੍ਰੰਥ ਸਾਹਿਬ ਦੇਣਾ ਨਹੀਂ ਚਾਹਿਆ ਤੇ ਤੁਸੀਂ ਹੈਰਾਨ ਨਹੀਂ ਹੋਵੋਗੇ ਕਿ ਜੇ 36 ਦਾ ਅਸੀਂ ਅੰਦਾਜ਼ਾ ਕਰੀਏ, 1636 ਵਿੱਚ ਕਰਤਾਰ ਦਾ ਯੁੱਧ ਹੋਇਆ, ਕਰਤਾਰਪੁਰ ਦਾ, ਤੇ ਧੀਰਮਲ ਦੀ ਉਮਰ ਉਸ ਵੇਲੇ ਕੇਵਲ 9 ਸਾਲ ਦੀ ਹੈ। 9 ਸਾਲ ਦੇ ਬੱਚੇ ਨੂੰ ਕਿੰਨੀ ਕੁ ਅਕਲ ਹੋ ਸਕਦੀ ਹੈ? ਅਕਲ ਚਲੋ ਹੋ ਗਈ। ਆਪਣੇ ਪਿਤਾ, ਆਪਣੇ ਦਾਦਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦਲ ਪੰਜਨ ਗੁਰ ਸੂਰਮੇ ਦੇ ਸਾਹਮਣੇ ਇਹ ਅੜਨ ਜੋਗਾ ਹੈਗਾ ਸੀ? ਮੈਂ ਤਾਂ ਸਿੱਧੀ ਜੀ ਗੱਲ ਕਰ ਦਿੰਦਾ ਕਿ ਸਤਿਗੁਰੂ ਮਹਾਰਾਜ ਅਗਰ ਇੱਕ ਦਬਕਾ ਮਾਰ ਦੇ, ਇਸ ਦੇ ਅੰਦਰ ਕੋਈ ਸ਼ਕਤੀ ਨਹੀਂ ਸੀ ਉਸ ਦਬਕੇ ਨੂੰ ਬਰਦਾਸ਼ਤ ਕਰ ਲੈਣ ਦੀ, ਇਹਦਾ ਚਪੇੜ ਦੀ ਮਾਰ ਵੀ ਨਹੀਂ ਸੀ ਹੈ। 9 ਸਾਲ ਦਾ ਬੱਚਾ ਸੀ। ਦੇਖੋ ਵਡਿਆਈ ਸਤਿਗੁਰਾਂ ਦੀ। ਕਲੇਸ਼ ਨੂੰ ਵਧਾਉਣਾ ਨਹੀਂ ਚਾਹਿਆ। ਜਿਸ ਵੇਲੇ ਇਸ ਦਾ ਪਿਤਾ ਚਲਾਣਾ ਕਰ ਗਿਆ 38 ਦੇ ਵਿੱਚ 2 ਸਾਲਾਂ ਵਿੱਚ, ਫਿਰ ਨਹੀਂ ਆਇਆ। ਹੁਣ ਜੇ ਹੋਰ ਸਾਰਾ ਕੁਝ ਕੀਤਾ ਜਾ ਸਕਦਾ, ਵਿਧੀ ਚੰਦ ਵਰਗਿਆਂ ਨੂੰ ਭੇਜ ਕੇ, ਜੇਠਾ ਜੀ ਵਰਗਿਆਂ ਨੂੰ ਭੇਜ ਕੇ, ਦੂਜਿਆਂ ਨੂੰ ਭੇਜ ਕੇ, 100 ਬੰਦਾ ਭੇਜ ਕੇ, ਸੈਨਿਕ ਭੇਜ ਕੇ, ਤੇ ਇਹਨੂੰ ਸੋਧਿਆ ਨਹੀਂ ਜਾ ਸਕਦਾ ਸੀ। ਬੜੀ ਮਾਮੂਲੀ ਗੱਲ ਸੀ। ਲੇਕਿਨ ਨਹੀਂ, ਪਰਿਵਾਰਕ ਝਗੜੇ ਨੂੰ ਵੱਧ ਤੋਂ ਵੱਧ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਟਾਲਣ ਦਾ ਯਤਨ ਕੀਤਾ। ਫਿਰ ਕੀ ਹੋਇਆ? ਮਾਣਯੋਗ ਜੀ ਦੱਸਦੇ ਪਏ ਨੇ ਕਿ ਇੱਥੇ ਕਿਨਾਰੇ ਤੇ ਪਹੁੰਚੇ ਹੋਏ ਗ੍ਰੰਥ ਸਾਹਿਬ ਸਿੱਖ ਚੁੱਕ ਕੇ ਲੈ ਕੇ ਆ ਰਿਹਾ ਸੀ, ਸੀਸ ਤੇ ਉਸਨੇ ਉਠਾਇਆ ਹੋਇਆ ਸੀ। 9ਵੇਂ ਪਾਤਸ਼ਾਹ ਜੀ ਨੇ ਪੁੱਛਿਆ ਇਹ ਕੀ ਹੈ, ਕੌਣ ਹੈ, ਕਿੱਥੋਂ ਲੈ ਕੇ ਆ ਰਿਹਾ ਹੈ ਇਹ ਪਾਵਨ ਗ੍ਰੰਥ ਸਾਹਿਬ? ਤਾਂ ਕਿਰਪਾਲ ਜੀ ਹੋਰਾਂ ਨੇ ਸਾਰਾ ਕੁਝ ਦੱਸਿਆ। ਤਾਂ ਫਿਰ ਜੀ, ਹਮਰੇ ਸੰਗ ਕੌਣ ਬਿਦ ਰਹਿਓ। ਸਤਿਗੁਰੂ ਕਹਿਣ ਲੱਗੇ ਸਾਡੇ ਕੋਲ ਇਹ ਗ੍ਰੰਥ ਸਾਹਿਬ ਕਿਵੇਂ ਰਹਿ ਗਿਆ? ਕਿਉਂ ਭਲਾ? ਹਾਂਜੀ, ਕਿਨ ਇਹ ਰਾਖ ਸਾਤ ਨਿਜ ਆਨਿਓ। ਕਿਸ ਨੇ ਆਪਣੇ ਕੋਲੇ ਰੱਖਿਆ ਕਿ ਸਾਡੀ ਇਨਫੋਰਮੇਸ਼ਨ ਵਿੱਚ ਹੀ ਨਹੀਂ ਗੱਲ ਰਹੀ, ਸਾਨੂੰ ਕੋਈ ਇਤਲਾਹ ਵੀ ਨਹੀਂ ਹੈਗੀ ਘਰ ਦੇ ਵਿੱਚ ਸਾਡੇ ਕੋਲ ਗ੍ਰੰਥ ਸਾਹਿਬ ਰੱਖਿਆ ਹੋਇਆ ਹੈ ਜੀ। ਫੇਰ ਨ ਕਹਿਓ ਨਹੀਂ ਸੋ ਮਾਨਿਓ। ਅਸੀਂ ਤਾਂ ਉਦੋਂ ਕਹਿ ਦਿੱਤਾ ਸੀ ਕਿ ਜੋ ਕੁਝ ਤੁਸੀਂ ਲੈ ਕੇ ਆਏ ਹੋ ਸਭ ਕੁਝ ਵਾਪਸ ਕਰ ਦਿਓ, ਔਰ ਜੋ ਕੁਝ ਲੈ ਕੇ ਆਏ ਹੋ ਉਸ ਦੇ ਵਿੱਚ ਗ੍ਰੰਥ ਸਾਹਿਬ ਵੀ ਸੀ, ਸਭ ਕੁਝ ਵਾਪਸ ਕਰ ਦਿਓ ਤੁਸੀਂ ਜੀ। ਧੀਰ ਮਲ ਕੇ ਨਿਕਟ ਕਦੀ ਕੋ। ਇਹ ਕਦੋਂ ਦਾ ਹੁਣ ਧੀਰ ਮਲ ਦੇ ਪਾਸ ਸੀ? ਅਭੀ ਭੀ ਦੈਬੋ ਬਨਹਿ ਤਿਸੀ ਕੋ। ਅਸੀਂ ਸਮਝਦੇ ਹਾਂ ਕਿ ਹੁਣ ਵੀ ਉਸ ਨੂੰ ਦੇ ਹੀ ਦੇਣਾ ਚਾਹੀਦਾ ਹੈ। ਛੀਨ ਲੈਨ ਇਹੋ ਉਚਿਤ ਨ ਹਮੈ। ਉਸ ਦੇ ਕੋਲੋਂ ਇਹ ਕਿਸੇ ਢੰਗ ਦੇ ਨਾਲ ਖੋਹ ਲੈਣਾ, ਹਥਿਆ ਲੈਣਾ, ਇਹ ਸਾਡੇ ਅਨੁਕੂਲ ਨਹੀਂ ਹੈ ਜੀ। ਹਿਰਦੇ ਬਿਸੂਰ ਹੈ ਦੁਖ ਸਭ ਸਮੈ। ਐਵੇਂ ਝੂਰਦਾ ਰਹੇਗਾ ਸਾਰੀ ਉਮਰ। ਤਬ ਹੈ ਕਿਰਪਾਲ ਸੁਨਾਵਨ ਕੀਨ। ਤਾਂ ਫਿਰ ਕਿਰਪਾਲ ਜੀ ਹੋਰਾਂ ਨੂੰ ਆਖਿਆ, ਮੱਖਣ ਯਾਰ ਮਾਤਾ ਨਹਿ ਦੀਨ। ਕਿਰਪਾਲ ਜੀ ਹੋਰਾਂ ਨੇ ਆਖਿਆ ਸਤਿਗੁਰਾਂ ਨੂੰ, ਕੀ ਆਖਿਆ? ਕਹਿਣ ਲੱਗੇ ਸੱਚੇ ਪਾਤਸ਼ਾਹ, ਕਿਉਂਕਿ ਇਹ ਮਤਾ ਕੀਤਾ ਗਿਆ ਘਰ ਦੇ ਵਿੱਚ, ਮੱਖਣ ਸ਼ਾਹ ਹੋਣਾ ਵੀ ਚਾਹੁੰਦੇ ਸਨ ਵੀ ਇਹ ਨਾ ਵਾਪਸ ਕੀਤਾ ਜਾਵੇ, ਔਰ ਆਪਣੇ ਮਾਤਾ ਜੀ ਵੀ ਚਾਹੁੰਦੇ ਸਨ, ਮਾਤਾ ਨਾਨਕੀ ਵੀ ਚਾਹੁੰਦੇ ਸਨ ਇਹ ਵਾਪਸ ਨਾ ਕੀਤਾ ਜਾਵੇ ਜੀ। ਹੁਤੋ ਪਿਤਾਮੇ ਰਾਵਰ ਕੇਰਾ। ਕਿਉਂਕਿ ਆਪ ਜੀ ਦੇ ਪਿਤਾਮਾ ਸਨ, ਪਿਤਾਮਾ ਤੋਂ ਭਾਵ ਹੈ ਦਾਦਾ ਜੀ, ਆਪ ਜੀ ਦੇ ਦਾਦਾ ਜੀ ਸਨ। ਜਿਨੋ ਗ੍ਰੰਥ ਜੀ ਕੀਨ ਬਡੇਰਾ। ਭਾਵ ਸੀ ਧੰਨ ਧੰਨ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਨੇ ਇਸ ਗ੍ਰੰਥ ਦੀ ਰਚਨਾ ਕੀਤੀ, ਸੰਪਾਦਨਾ ਕੀਤੀ। ਜਾਂ ਤੇ ਵਸਤ ਆਪ ਕੀ ਹੈ। ਇਸ ਕਰਕੇ ਤੁਹਾਡੇ ਦਾਦਾ ਜੀ ਦੀ ਵਸਤੂ ਤੁਹਾਡੇ ਕੋਲ ਹੈ,
ਤੇ ਤੁਹਾਡਾ ਅਧਿਕਾਰ ਬਣਦਾ ਆਪਣੇ ਪਾਸ ਰੱਖਣਾ ਜੀ। ਜੋ ਗੁਰ ਗਾਦੀ ਪਰ ਸੋਲ ਹੈ, ਕਿਉਂਕਿ ਆਪ ਗੁਰਗੱਦੀ ਤੇ ਵੀ ਹੋ, ਸੇਵਾ ਨਿਭਾ ਰਹੇ ਹੋ। ਇਮ ਵਿਚਾਰ ਕਰ ਦਇਓ ਨਾ ਮਾਤਾ, ਇਹ ਗੱਲ ਵਿਚਾਰਦਿਆਂ ਹੋਇਆਂ ਮਾਤਾ ਜੀ ਨੇ ਗ੍ਰੰਥ ਸਾਹਿਬ ਵਾਪਸ ਨਹੀਂ ਭੇਜਿਆ ਸੀ ਧੀਰਮਲ ਹੋਰਾਂ ਨੂੰ। ਉਚਿਤ ਵਿਚਾਰ ਲਿਹੋ ਸੁਖ ਦਾਤਾ, ਗਰੀਬ ਨਵਾਜ਼ ਪਾਤਸ਼ਾਹ ਹੁਣ ਜਿਵੇਂ ਤੁਸੀਂ ਉਚਿਤ ਸਮਝਦੇ ਹੋ, ਜਿਵੇਂ ਠੀਕ ਸਮਝਦੇ ਹੋ, ਤੁਸੀਂ ਉਵੇਂ ਕਰ ਲਓ ਜੀ। ਅਤਿਸ਼ ਦੁਰਲਭ ਵਸਤ ਅਜਾਇਬ, ਪਰ ਇਹ ਗੱਲ ਠੀਕ ਹੈ, ਅਤਿਸ਼ੈ ਦੁਰਲਭ ਵਸਤ ਅਜਾਇਬ। ਇਹ ਇਤਿਹਾਸਕ ਗ੍ਰੰਥ ਹੈ ਜਿਹੜਾ ਸਤਿਗੁਰੂ ਵੱਡੇ ਸਤਿਗੁਰਾਂ ਨੇ ਆਪ ਆਪਣੀ ਨਿਗਰਾਨੀ ਦੇ ਵਿੱਚ, ਧਿਆਨ ਦੇ ਵਿੱਚ ਭਾਈ ਗੁਰਦਾਸ ਜੀ ਦੇ ਪਾਸੋਂ ਫਸਟ ਟਾਈਮ ਲਿਖਵਾਇਆ। ਅਤਿਸ਼ੈ ਦੁਰਲਭ ਵਸਤ ਅਜਾਇਬ, ਬੜੀ ਕੀਮਤੀ ਇਹ ਦਸਤਾਵੇਜ਼ ਹੈ, ਇਹ ਖਜ਼ਾਨਾ ਹੈ। ਹਾਂਜੀ, ਜਿਵੇਂ ਅਸੀਂ ਪਿਆਰ ਨਾਲ ਪੜ੍ਹਿਆ ਕਰਦੇ ਹਾਂ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜੰਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੈ ਵਧ ਹੋ ਜਾਈ। ਪੋਥੀ ਪਰਮੇਸ਼ਰ ਕਾ ਥਾਨ, ਇਹ ਉਹ ਪੋਥੀ ਸਾਹਿਬ ਹੈ ਜਿਸ ਦੇ ਸਨਮੁਖ ਸਿੱਖ ਪਰਮੇਸ਼ਰ ਦਾ ਸਥਾਨ ਜਾਣ ਕੇ ਨਮਸਕਾਰਾਂ ਕਰਦਾ ਹੈ। ਇਹ ਨਹਿ ਦੇਨ ਬਨਹਿ ਗੁਰ ਸਾਹਿਬ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ, ਇਹ ਕਿਸੇ ਨੂੰ ਦੇਣੀ ਬਣਦੀ ਤਾਂ ਨਹੀਂ ਹੈ। ਇਤਨੇ ਬਿਖੈ ਨਾਨਕੀ ਆਈ, ਐਉਂ ਨਾ ਜਿਸ ਵੇਲੇ ਬਚਨ ਕੀਤਾ ਕਿਰਪਾਲ ਜੀ ਹੋਰਾਂ ਨੇ, ਸਤਿਗੁਰੂ ਮਹਾਰਾਜ ਨੇ ਸਾਰਾ ਕੁਝ ਸੁਣਿਆ। ਇਤਨੇ ਬਿਖੈ ਨਾਨਕੀ ਆਈ, ਜਿਹੜੀਆਂ ਸੰਗਤਾਂ ਬਾਅਦ ਵਿੱਚ ਤੁਸੀਂ ਆਈਆਂ ਹੋ, ਤੁਹਾਡੇ ਪ੍ਰਤੀ ਮੈਂ ਸੂਚਿਤ ਕਰਦੇ ਹਾਂ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਕਾਲਾ ਛੱਡ ਕੇ ਤੇ ਕੀਰਤਪੁਰ ਵਾਲੇ ਪਾਸੇ ਨੂੰ, ਮਾਲਵੇ ਵੱਲ ਨੂੰ ਆ ਰਹੇ ਨੇ। ਪਹਿਲੀ ਵਾਰ ਬਿਆਸ ਜਿਸ ਵੇਲੇ ਪਾਰ ਕਰਨ ਲੱਗੇ, ਅਜੇ ਕਿਨਾਰੇ ਤੇ ਨੇ, ਪਿੱਛੋਂ ਇੱਕ ਸਿੱਖ ਆਇਆ ਨਾਲ ਸਾਥ ਦੇ ਵਿੱਚ, ਜਿਸ ਨੇ ਆਪਣੀ ਸੀਸ ਤੇ ਪਾਵਨ ਸ੍ਰੀ ਗ੍ਰੰਥ ਸਾਹਿਬ ਉਠਾਇਆ ਹੋਇਆ ਸੀ। ਸਤਿਗੁਰਾਂ ਨੇ ਪੁੱਛਿਆ ਤੇ ਭਾਈ ਸਾਹਿਬ ਹੋਰਾਂ, ਭਾਈ ਕਿਰਪਾਲ ਜੀ ਹੋਰਾਂ ਨੇ ਐਂ ਸਾਰਾ ਕੁਝ ਦੱਸ ਰਿਹਾ ਸੀ। ਜਿਸ ਵੇਲੇ ਸਤਿਕਾਰਯੋਗ ਮਾਤਾ ਜੀ ਹੋਣੀ ਪਹੁੰਚੇ। ਸੁੰਦਰ ਸਿਯੰਦਨ ਪਰ ਸੁਖਦਾਈ, ਮਾਤਾ ਜੀ ਜਿਹੜੇ ਕਿ ਰਥ ਤੇ ਸਵਾਰ ਹੋਏ ਸਨ, ਗੁਜਰੀ ਸੰਗ ਚੜੀ ਸ਼ੁਭ ਡੋਰੇ, ਨਾਲ ਨਾਲ ਗੁਜਰੀ ਜੀ ਸਨ, ਸ਼੍ਰੀ ਮਾਤ ਗੁਜਰੀ ਜੀ ਜਿਹੜੇ ਕਿ ਡੋਲੇ ਵਿੱਚ ਸਨ। ਝਾਲਰ ਜਰੀਦਾਰ ਚਹੋਂ ਓਰੇ, ਜਿਸ ਦੀ ਬੜੀ ਸ਼ਾਨਦਾਰ ਜਰੀਦਾਰ ਝਾਲਰ ਸੀ ਲੱਗੀ ਹੋਈ। ਨਿਕਟ ਆਏ ਸੁਤ ਕੇ ਬਚ ਸੁਨੇ, ਹੁਣ ਇਹ ਕੋਲ ਪਹੁੰਚੇ ਜਿਸ ਵੇਲੇ ਨਾ ਕਿਰਪਾਲ ਜੀ ਹੋਣੀ ਬੋਲ ਰਹੇ ਸਨ, ਦੱਸ ਰਹੇ ਸਨ। ਮਾਤਾ ਜੀ ਝਟਾਪਟ ਸਮਝ ਗਏ, ਕਿਉਂਕਿ ਇਹ ਸਭ ਕੁਝ ਉਹਨਾਂ ਦੀ ਨਿਗਰਾਨੀ ਵਿੱਚ ਸੀ, ਸਾਰਾ ਕੁਝ ਉਹਨਾਂ ਦੇ ਧਿਆਨ ਵਿੱਚ ਸੀ। ਹਾਂਜੀ, ਫਿਰ ਹੱਠ ਕਰ ਰਹੇ ਹੇਰ ਸਿਰ ਧੁਨੇ, ਜਿਸ ਵੇਲੇ ਨਾ ਆਪਣੇ ਪੁੱਤਰ ਜੀ ਦਾ ਚਿਹਰਾ ਵੇਖਿਆ, ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ, ਉਹ ਇਉਂ ਕਿਉਂ ਕਹਿ ਰਹੇ ਨੇ, ਸੁਣ ਕੇ ਸਿਰ ਧੁਣਿਆ। ਜਿਵੇਂ ਬੰਦਾ ਨਾ ਥੋੜਾ ਜਿਹਾ ਮਹਿਸੂਸ ਕਰਦਾ ਹੈ, ਮਹਿਸੂਸ ਕੀਤਾ ਉਹਨਾਂ ਨੇ। ਸ਼ੁਤ ਕੋ ਹਿਤ ਚਾਹਤ ਰਹੈ, ਕਹਿਣ ਲੱਗੇ ਦੇਖੋ ਕੈਸਾ ਸੁਭਾਅ ਇਹ ਕਰਤਾਰ ਨੇ ਇਹਨਾਂ ਦਾ ਬਣਾਇਆ। ਇਹ ਹਮੇਸ਼ਾ ਹੀ ਨਾ ਉਸ ਦਾ ਭਲਾ ਹੀ ਲੋਚਦੇ ਰਹਿੰਦੇ ਨੇ। ਪ੍ਰਾਨ ਹਾਨ ਲਗ ਖੋਟੇ ਹੈ, ਜਿਹੜਾ ਹੱਦ ਦਰਜੇ ਦਾ ਖੋਟਾ, ਇਥੋਂ ਤੱਕ ਖੋਟਾ ਏ, ਜਿਹੜਾ ਜਾਨ ਦਾ ਲੈਣ ਦਾ ਲਾਗੂ ਹੋਇਆ ਰਹਿੰਦਾ ਹੈ, ਦੁਸ਼ਮਣ ਬਣਿਆ ਰਹਿੰਦਾ ਹੈ ਜੀ। ਕਹੋ ਕਹਾਂ ਲੈਗ ਬਹੁ ਸਮਝਾਏ, ਬੜੀ ਵੇਰੀ ਸਮਝਾਇਆ ਇਹਨਾਂ ਨੂੰ। ਸਰਲ ਸੁਭਾਓ ਨਾ ਕੁਛ ਲਖ ਪਾਏ, ਲੇਕਿਨ ਇਹਨਾਂ ਦਾ ਸੁਭਾਅ ਬਿਲਕੁਲ ਸਿੱਧੇ ਚੱਲਣ ਵਾਲਾ ਸੁਭਾਅ, ਇਹ ਕਿਸੇ ਦੀ ਗੱਲ ਨੂੰ ਆਪਣੇ ਧਿਆਨ 'ਚ ਲਿਆਉਂਦੇ ਹੀ ਨਹੀਂ ਐਨ। ਸਿੱਖਿਆਨ ਸੰਗ ਗੁਰ ਪੁਨ ਕਹਿਓ, ਸਿੱਖਿਆਨ ਸੰਗ ਗੁਰੂ ਪੁਨ ਕਹਿਓ।
ਮਾਤਾ ਜੀ ਇਉਂ ਸੋਚ ਰਹੇ ਨੇ ਤਾਂ ਫਿਰ ਆਖਿਆ ਗੁਰੂ ਸਾਹਿਬ ਨੇ ਜੀ। ਧੀਰ ਮਲ ਕੋ ਹਮ ਇਹ ਲਹਿਓ, ਹਾਂਜੀ, ਧੀਰ ਮਲ ਕੋ ਹਮ ਇਹ ਲਹਿਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਅਸਾਂ ਨੇ ਧੀਰ ਮਲ ਦੇ ਕੋਲੋਂ ਇਹ ਗ੍ਰੰਥ ਲਿਆਂਦਾ ਹੈ। ਕੋ ਅਬ ਗਮਨ ਹੋ ਲੈ ਕਰ ਜਾਵੋ, ਤੁਹਾਡੇ ਵਿੱਚੋਂ ਕੋਈ ਜਾਵੇ ਹੁਣ ਧੀਰ ਮਲ ਦੇ ਪਾਸ। ਹਾਂਜੀ, ਸੋ ਪੋ ਜਾਏ ਤਿਸੀ ਕੇ ਪਾਹੋ, ਔਰ ਉਸ ਦੇ ਪਾਸ ਇਹ ਗ੍ਰੰਥ ਸਾਹਿਬ ਲੈ ਜਾਵੇ। ਹਮਰੇ ਸੰਗ ਨਾ ਰਾਖਨ ਕਰੋ, ਸਾਡੇ ਨਾਲ ਇਹ ਗ੍ਰੰਥ ਸਾਹਿਬ ਨਾ ਰੱਖੋ। ਸ਼੍ਰੀ ਕਰਤਾਰਪੁਰੇ ਲੈ ਧਰੋ, ਇਹ ਕਰਤਾਰਪੁਰ ਉਸ ਨੂੰ ਪਹੁੰਚਾ ਦਿਓ। ਸੁਨ ਆਪ ਜੀ ਨੂੰ ਯਾਦ ਹੋਏਗਾ ਗੁਰੂ ਸੰਗਤਾਂ ਨੂੰ, ਜਿਸ ਵੇਲੇ ਇਹ ਗੱਲ ਪ੍ਰਗਟ ਹੋ ਗਈ, ਭਾਵ ਐਸਟੈਬਲਿਸ਼ ਹੋ ਗਈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ, ਵਾਦ ਵਿਵਾਦ ਵੀ ਹੋਇਆ, ਖੜਕਾ ਦੜਕਾ ਵੀ ਹੋਇਆ ਭਾਈ ਮੱਖਣ ਸ਼ਾਹ ਹੋਰਾਂ ਦੇ ਕਰਕੇ, ਤਾਂ ਉਸ ਤੋਂ ਬਾਅਦ ਨਾ ਨਿਰਾਸ਼ ਹੋ ਕੇ ਤੇ ਧੀਰ ਮੱਲ ਬਕਾਲਾ ਛੱਡ ਕੇ ਤੇ ਕਰਤਾਰਪੁਰ ਆ ਗਏ ਸਨ। ਸਤਿਗੁਰਾਂ ਨੇ ਆਖਿਆ, ਤੁਹਾਡੇ ਵਿੱਚੋਂ ਕੋਈ ਸਿੱਖ ਜਾਵੇ, ਇਹ ਸੇਵਾ ਕਰੇ ਕਿ ਗ੍ਰੰਥ ਸਾਹਿਬ ਜਾ ਕੇ ਧੀਰ ਮੱਲ ਨੂੰ ਕਰਤਾਰਪੁਰੇ ਸਹੁੰ ਪਾਵੇ। ਸੁਨ ਸਿੱਖਿਆਨ ਸਭ ਜੋਰੇ ਹਾਥ, ਸੁਣ ਕੇ ਤੇ ਸਿੱਖਾਂ ਨੇ ਅੱਗੋਂ ਹੱਥ ਜੋੜਦਿਆਂ ਹੋਇਆਂ ਕਿਹਾ, ਹੋਏ ਨਮਰ ਬੋਲੇ ਗੁਰ ਸਾਥ। ਬੜੀ ਨਿਮਰਤਾ ਦੇ ਨਾਲ ਉਹਨਾਂ ਨੇ ਇਉਂ ਕਿਹਾ, ਧੀਰ ਮਲ ਤਨ ਮਨ ਤੇ ਖੋਟਾ, ਸੱਚੇ ਪਾਤਸ਼ਾਹ ਉਹ ਧੀਰ ਮੱਲ ਜਿਹੜਾ ਤਨ ਕਰਕੇ ਮਨ ਕਰਕੇ ਖੋਟਾ ਕਪਟੀ ਦੁਸ਼ਟ ਬਿਰਤੀ ਵਾਲਾ ਮਨੁੱਖ ਹੈ। ਤਿਸ ਕੇ ਦੇਖਨ ਤੇ ਬਹੁਤ ਟੋਟਾ, ਜਿੰਦੇ ਦਰਸ਼ਨ ਕਰਨੇ ਹੀ ਭੈੜੇ ਨੇ, ਦੁੱਖ ਦਾ ਕਾਰਨ ਬਣਦੇ ਨੇ। ਗੁਰ ਨਿੰਦਕ ਬੜ ਪਾਪ ਕਮਾਏ, ਜਿਹੜਾ ਗੁਰੂ ਘਰ ਦਾ ਬਹੁਤ ਨਿੰਦਕ ਹੈ ਤੇ ਬੜਾ ਦੁਖੀ ਹੈ। ਕਹਿ ਕਰ ਤੁਮ ਪਰ ਤੁਪਕ ਚਲਾਏ, ਜਿਸਨੇ ਕਹਿ ਕੇ ਤੁਹਾਡੇ ਤੇ ਗੋਲੀ ਚਲਾਈ ਸੀ ਸ਼ੀਆਂ ਦੇ ਰਾਹੀਂ। ਕਰਹਿ ਸਦਨ ਦੁਸ਼ਟਨ ਕੀ ਸੰਗਤ, ਗਰੀਬ ਨਵਾਜ਼ ਪਾਤਸ਼ਾਹ ਉਹ ਹਮੇਸ਼ਾ ਦੁਸ਼ਟਾਂ ਨੂੰ ਆਪਣੇ ਆਲੇ ਦੁਆਲੇ ਬਿਠਾਈ ਰੱਖਦਾ ਹੈ। ਉਤਮ ਜਨ ਜਿਸ ਕੀ ਨਹਿ ਪੰਗਤ, ਇੱਕ ਬੰਦਾ ਉਹਦੇ ਕੋਲ ਚੱਜ ਦਾ ਨੇੜੇ ਨਹੀਂ ਰਹਿੰਦਾ, ਬਈ ਕੋਈ ਸਾਧੂ ਸੁਭਾਅ ਵਾਲਾ, ਕੋਈ ਭਲਾ ਪੁਰਸ਼ ਗੁਰਮੁਖੋਂ ਦੇ ਕੋਈ ਨੇੜੇ ਰਹਿੰਦਾ ਹੋਵੇ। ਸਭ ਦੁਸ਼ਟਾਂ ਦੇ ਇਕੱਠਾ ਉਸਨੇ ਕੀਤਾ ਹੋਇਆ ਹੈ, ਉਹਦੇ ਤਾਂ ਮੱਥੇ ਲੱਗਣ ਤੇ ਦਿਲ ਨਹੀਂ ਕਰਦਾ। ਹਮ ਤਿਸ ਕੀ ਦਿਸ਼ ਮੁਖ ਨਹਿ ਕਰੈ, ਮਹਾਰਾਜ ਅਸੀਂ ਤਾਂ ਉਹਦੇ ਵੱਲ ਵੇਖਣਾ ਵੀ ਨਹੀਂ ਚਾਹੁੰਦੇ। ਮਿਲਬੇ ਕੀ ਬਾਂਛਾ ਨਹਿ ਧਰੈ, ਅਸੀਂ ਉਹਨੂੰ ਨਹੀਂ ਮਿਲਣਾ ਚਾਹੁੰਦੇ। ਰਾਵਰ ਕੋ ਅਪਰਾਧੀ ਪਾਰੋ, ਸਾਨੂੰ ਇਸ ਗੱਲ ਦਾ ਬਹੁਤ ਵੱਡਾ ਖੇਦ ਹੈ ਕਿ ਉਹ ਆਪ ਜੀ ਦਾ ਅਪਰਾਧੀ ਹੈ। ਹਾਂਜੀ, ਹਮ ਬਿਲੋਕ ਨਹਿ ਸਕਹਿ ਸਹਾਰੋ, ਅਸੀਂ ਵੇਖ ਕੇ ਨਾ ਬਰਦਾਸ਼ਤ ਨਹੀਂ ਕਰ ਸਕਦੇ, ਸਾਨੂੰ ਗੁੱਸਾ ਆ ਜਾਂਦਾ ਉਹਨੂੰ ਵੇਖ ਕੇ, ਬਈ ਇਹ ਏਡਾ ਦੁਸ਼ਟ ਜਿਸ ਨੇ ਸਤਿਗੁਰਾਂ ਤੇ ਏਡਾ ਘਾਤਕ ਹਮਲਾ ਕੀਤਾ। ਇੱਕ ਵੇਰਾ ਨਹੀਂ, ਦੋ ਵੇਰਾ ਇਸਨੇ ਹਮਲਾ ਪਹਿਲਾਂ ਆਪ ਕੀਤਾ, ਫਿਰ ਕਰਵਾਇਆ ਬਾਅਦ ਵਿੱਚ। ਸਾਨੂੰ ਵੇਖ ਕੇ ਗੁੱਸਾ ਆਉਂਦਾ ਹੈ ਜੀ। ਸੁਨ ਗੁਰ ਸਭ ਸਿੱਖਨ ਕੀ ਬਿਨਤੀ, ਹੁਣ ਜੋ ਕੁਝ ਇਹਨਾਂ ਸਿੱਖਾਂ ਨੇ ਪਿਆਰ ਨਾਲ ਆਖਿਆ, ਸਤਿਕਾਰ ਨਾਲ ਆਖਿਆ ਨਾ, ਸਤਿਗੁਰੂ ਭਾਵਨਾਵਾਂ ਨੂੰ ਸਮਝਦੇ ਸਨ। ਇਹ ਸਿੱਖ ਸਾਡੇ ਰੋਕਿਆਂ ਹੋਇਆਂ ਹੀ ਰੁਕੇ ਹੋਏ ਨੇ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ। ਸੁਣ ਕੇ ਨਾ ਸਤਿਗੁਰਾਂ ਨੇ ਜੀ, ਮਨ ਮਹਿ ਗਿਨਤ ਰਹੇ ਗਨ ਗਨਤੀ, ਫਿਰ ਵਿਚਾਰਨ ਲੱਗ ਪਏ। ਨਹਿਨ ਗ੍ਰੰਥ ਸਾਹਿਬ ਹਮ ਰਾਖੈ, ਇੱਕ ਗੱਲ ਉਹਨਾਂ ਨੇ ਨਾ ਆਪਣੇ ਦ੍ਰਿੜ ਕਰ ਲਈ, ਨਹੀਂ ਗ੍ਰੰਥ ਸਾਹਿਬ ਹਮ ਰਾਖੈ, ਅਸੀਂ ਰੱਖਾਂਗੇ ਤਾਂ ਨਹੀਂ ਆਪਣੇ ਪਾਸ ਜੀ। ਤਿਸ ਟਿਗ ਪਹੁੰਚੈ ਚਿਤ ਅਬਿਲਾਖੈ, ਜਿਹੜਾ ਚਾਹੁੰਦਾ ਹੈ ਨਾ ਵੀ ਮੇਰੇ ਪਾਸ ਹੋਵੇ, ਉਹਦੇ ਪਾਸ ਹੀ ਜਾਏਗਾ, ਅਸੀਂ ਨਹੀਂ ਰੱਖਾਂਗੇ। ਮਾਤ ਨਾਨਕੀ ਬਰਜਤ ਹੇਰ, ਫਿਰ ਜਿਸ ਵੇਲੇ ਦੇਖਿਆ ਇਹੀ ਰਵੱਈਆ ਹੈ, ਮਾਤਾ ਜੀ ਨੇ ਫਿਰ ਵਰਜਿਆ, ਔਰ ਵਰਜਦਿਆਂ ਹੋਇਆਂ ਕੀ ਆਖਿਆ,
हे सुत क्यों हट करो बडेर। हे पुੱਤਰ ਤੇਗ ਬਹਾਦਰ ਤੁਸੀਂ ਹੱਠ ਕਿਉਂ ਕਰਦੇ ਹੋ? दुर्लभ वस्तु अपन बडन की। ਸਾਡੇ ਵਡੇਰਿਆਂ ਦੀ ਇਹ ਦੁਰਲਭ ਵਸਤੂ ਹੈ, ਦੁਰਲਭ ਗ੍ਰੰਥ ਹੈ। ਹਾਂਜੀ, बहुर न प्राप्त अनक जतन की। ਇਹ ਕਿਸੇ ਤਰ੍ਹਾਂ ਇਸ ਦੀ ਦੂਜੀ ਕਾਪੀ ਨਹੀਂ ਹੋ ਸਕਦੀ। ਜੋ ਪਹਿਲੀ ਵਾਰੀ ਵੱਡਿਆਂ ਸਤਿਗੁਰਾਂ ਨੇ ਆਪਣੇ ਸਨਮੁਖ ਬੈਠ ਕੇ ਲਿਖਵਾਇਆ, ਉਸ ਦੀ ਕੋਈ ਰੀਸ ਹੋ ਸਕਦੀ ਹੈ? ਹੋਰ ਜੀ, नह दीजह निज साथ रखी जह। ਇਸ ਲਈ ਤੁਸੀਂ ਸਦਾ ਆਪਣੇ ਕੋਲ ਰੱਖੋ नीके हृदय विचार लखी जह। ਔਰ ਚੰਗੀ ਤਰ੍ਹਾਂ ਆਪਣੇ ਅੰਦਰ ਵਿਚਾਰੋ। रिपको कछ तदारक होए। ਗੱਲ ਇਹ ਹੈ, ਤੁਸੀਂ ਦੁਸ਼ਮਣ ਦੇ ਪ੍ਰਤੀ ਹਰ ਵੇਲੇ ਦਿਆਲੂ ਕਿਉਂ ਬਣੇ ਰਹਿੰਦੇ ਹੋ? ਜਿਹੜਾ ਤੁਹਾਡੇ ਨਾਲ ਇੰਨੀ ਦੁਸ਼ਮਣੀ ਕਰਦਾ ਹੋਵੇ, ਤੁਸੀਂ ਉਹਦੇ ਪ੍ਰਤੀ ਦਿਆਲੂ ਬਣੇ ਰਹਿੰਦੇ ਹੋ। ਜੀ, करी अवज्ञा ले फल सोए। ਉਸਨੇ ਬਹੁਤ ਵੱਡੀ ਅਵਗਿਆ ਕੀਤੀ ਹੈ। ਉਹਨੂੰ ਥੋੜਾ ਬਹੁਤ ਹੀ ਤਾਂ ਪੀੜਾ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ? ਵੀ ਮੈਂ ਐਡੀ ਅਵਗਿਆ ਕੀਤੀ ਹੈ, ਇਸ ਕਰਕੇ ਮੇਰਾ ਇਹ ਨੁਕਸਾਨ ਹੋਇਆ। अधिक शरीका उर महतार है। ਤੁਸੀਂ ਉਹਦੇ ਪ੍ਰਤੀ ਬੜੀ ਦਿਆਲਤਾ ਰੱਖਦੇ ਹੋ। नह बड़ियाई तनक विचार है। ਉਹ ਤੁਹਾਡੇ ਪ੍ਰਤੀ ਰੱਜ ਕੇ ਸ਼ਰੀਕਾ ਕਰਦਾ ਹੈ। ਤੁਹਾਡੀ ਉਹ ਬਿਲਕੁਲ ਵਡਿਆਈ ਦਾ ਅਹਿਸਾਸ ਹੀ ਨਹੀਂ ਕਰਦਾ। ਵੀ ਸੰਗਤਾਂ ਨੇ ਮਾਣ ਦਿੱਤਾ ਹੈ, ਗੁਰੂ ਸਾਹਿਬ ਨੇ, 8ਵੇਂ ਸਤਿਗੁਰਾਂ ਨੇ ਇਹਨਾਂ ਦੇ ਪ੍ਰਤੀ ਇਹ ਵਚਨ ਆਖੇ ਨੇ, ਇਹ ਸਾਰੀ ਰਸਮ ਹੋਈ ਹੈ, ਉਹਦੇ ਅੰਦਰ ਅਹਿਸਾਸ ਹੀ ਕੋਈ ਨਹੀਂ ਵਡਿਆਈ ਦਾ। ਜੀ, अह भतीजा बड़ अहंकार। ਉਸ ਦੇ ਅੰਦਰ ਬਹੁਤ ਜ਼ਿਆਦਾ ਹੰਕਾਰ ਹੈ। नह जिसके कुछ रह्यो विचार। ਇਸ ਕਰਕੇ ਨਾ ਤੁਸੀਂ ਐਂ ਨਾ ਵਿਚਾਰੋ ਜਿਵੇਂ ਤੁਸੀਂ ਵਿਚਾਰਦੇ ਪਏ ਹੋ। किसी रीत ते अदम न राखा। ਕਿਸੇ ਤਰ੍ਹਾਂ ਵੀ ਉਸਨੇ ਆਪ ਜੀ ਦਾ ਸਤਿਕਾਰ ਨਹੀਂ ਰੱਖਿਆ, ਨਹੀਂ ਰਹਿਣ ਦਿੱਤਾ। करत सदा मारन अभिलाखा। ਜਿਹੜਾ ਸਦਾ ਆਪ ਨੂੰ ਜਾਨੋਂ ਮਾਰਨ ਦੀ ਲੋਚਦਾ ਰਹਿੰਦਾ ਸੀ, ਸੋਚਦਾ ਰਹਿੰਦਾ ਸੀ। इम स्नेहो तिसको संग धरना। ਜਿਵੇਂ ਤੁਸੀਂ ਉਹਨਾਂ ਨਾਲ ਸਨੇਹ ਕਰਦੇ, ਹਿੱਤ ਕਰਦੇ ਹੋ ਨਾ। किम चित हो जिम दुर्मत करना। ਹਾਂਜੀ, किम चित हो जिम दुर्मत करना। ਕਿਮ ਨਾ ਚਿਤੋ ਜਿਮ ਦੁਰਮਤ ਕਰਨਾ। ਕਿਮ ਨਾ ਚਿਤੋ, ਕਿਵੇਂ ਉਹ ਦੁਰਮਤ ਕਰਦਾ ਹੈ, ਕਿਵੇਂ ਉਹ ਭੈੜੀ ਮਤ ਦੇ ਨਾਲ ਭੈੜਾ ਵਿਹਾਰ ਕਰਦਾ ਹੈ। ਤੁਸੀਂ ਇਸ ਗੱਲ ਵੱਲ ਧਿਆਨ ਕਿਉਂ ਨਹੀਂ ਦਿੰਦੇ ਹੋ? ਤੁਹਾਨੂੰ ਨਹੀਂ ਕਰਨਾ ਚਾਹੀਦਾ ਐਵੇਂ। ਜੀ, सुनत मात ते धर मुख मोन। ਵਾਹਿਗੁਰੂ, ਮੈਂ ਵਿਚਾਰ ਰਿਹਾ ਸਾਂ, ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਇਹ ਗੱਲ ਸਮਝ ਆ ਸਕਦੀ, ਸਮਝਾਈ ਜਾ ਸਕਦੀ ਹੈ? ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਕਿੰਨੀ ਅਵਸਥਾ ਦੇ ਨੇ ਭਲਾ? 1664 ਦਾ ਵਾਕਿਆ ਹੈ ਤੇ 1621 ਦਾ ਇਹਨਾਂ ਦਾ ਜਨਮ ਹੈ। 43 ਸਾਲ ਦੀ ਉਮਰ ਹੈ। ਬੱਚੇ ਤਾਂ ਨਹੀਂ ਹੈ ਨਾ, ਕਿ ਬੱਚੇ ਨੇ, ਲੇਕਿਨ ਮਾਂ ਦੇ ਸਨਮੁਖ ਬੱਚੇ ਹੀ ਨੇ। ਮਾਪਿਆਂ ਦੇ ਨਾਲ ਜ਼ਿਰਾ ਨਹੀਂ ਕਰਨੀ ਚਾਹੀਦੀ, ਲੰਬੀ ਵਿਚਾਰ ਇਸ ਪ੍ਰਕਾਰ ਦੀ ਨਹੀਂ ਕਰਨੀ ਚਾਹੀਦੀ। ਇਹ ਸਾਡੇ ਬਜ਼ੁਰਗ ਹਮੇਸ਼ਾ ਨਾ ਸਿੱਖਿਆ ਸਿਖਾਇਆ ਕਰਦੇ ਸਨ, ਦੱਸਿਆ ਕਰਦੇ ਸਨ ਸਾਨੂੰ। ਨਾ ਪੁੱਤਰ, ਤੁਸੀਂ ਇੱਕ ਵਾਰ ਕਹਿ ਦਿੱਤਾ ਨਾ, ਉਹਨਾਂ ਆਖੋ ਕੁਛ, ਚੁੱਪ ਕਰੋ। ਹਾਲ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਦਵੀ ਦੇ ਮਾਲਕ ਨੇ, ਸਾਰੀਆਂ ਵਡਿਆਈਆਂ ਅਸੀਂ ਸਮਝਦੇ ਹਾਂ, ਕੁਛ ਕਹਿ ਸਕਦੇ ਸਨ। ਮਾਤਾ ਜੀ ਨੇ ਭਾਂਪ ਲਿਆ ਵੀ ਇਹ ਅੰਦਰੋਂ ਸਾਡੀ ਆਖੀ ਦੀ ਪਰਵਾਹ ਨਹੀਂ ਕਰ ਰਹੇ, ਇਹਨਾਂ ਨੇ ਮੰਨਣੀ ਨਹੀਂ ਹੈ। ਫਿਰ ਵੀ ਮੁੜ ਕੇ ਉੱਤਰ ਨਹੀਂ ਦਿੱਤਾ, ਚੁੱਪ ਕਰ ਗਏ। ਜੀ, चित हो जिम दुर्मत करना। चित हो जिम दुर्मत करना। ਇਹ ਹੋ ਗਿਆ ਨਾ, ਅੱਗੇ ਚਲੋ। ਸੁਣ ਤੁਮਾਤ ਤੇ
ਸੁਨਤ ਮਾਤ ਤੇ ਧਰ ਮੁਖ ਮੋਹਨ ਚਿੱਤੇ ਚਿਤੈ ਉਪਾਏ ਕਰਹਿ ਅਬ ਕੌਣ। ਹਾਂ, ਸੁਣ ਕੇ ਨਾ ਵਿਚਾਰ ਕੇ ਖਾਮੋਸ਼ ਹੋ ਕੇ ਫਿਰ ਸੋਚਦੇ ਨੇ ਹੁਣ ਇਹ ਕੰਮ ਇਹ ਕਾਰਜ ਕੌਣ ਕਰੇ, ਕਿਵੇਂ ਕੀਤਾ ਜਾਏ। ਸਿੱਖ ਸੇਵਕ ਤਹਿ ਜਾਏ ਨਾ ਕੋਈ, ਸਿੱਖ ਸੇਵਕ ਤਾਂ ਕੋਈ ਉੱਥੇ ਜਾਣ ਲਈ ਤਿਆਰ ਨਹੀਂ ਹੈ। ਲਖੈ ਮਹਾ ਅਪਰਾਧੀ ਸੋਈ, ਉਹ ਸਮਝਦੇ ਨੇ ਸਾਰੇ ਹੀ ਵੀ ਉਹ ਤਾਂ ਸਾਡਾ ਬੜਾ ਵੱਡਾ ਦੋਸ਼ੀ ਹੈ, ਸਾਡੇ ਤੇ ਵਧੀਕੀ ਕਰਨ ਵਾਲਾ ਹੈ। ਕਰਤਾ ਜਾਨ ਕੁਕਰ ਮਨ ਕੇਰਾ, ਉਸਨੇ ਬਹੁਤ ਕੁਕਰਮ ਕੀਤੇ ਨੇ ਹੋਰ ਵੀ। ਨਹਿ ਚਾਹਤ ਸਿੱਖ ਦਰਸ਼ਨ ਹੀਰਾ, ਸਿੱਖ ਤਾਂ ਉਹਦੇ ਮੱਥੇ ਵੀ ਨਹੀਂ ਲੱਗਣਾ ਚਾਹੁੰਦੇ। ਕਰਹਿ ਪਰਨ ਤਿਸ ਮੁਖ ਨੈ ਔਰ ਲਾਗਹਿ, ਇਹ ਪ੍ਰਣ ਕਰਦੇ ਨੇ ਕਿ ਅਸੀਂ ਉਹਦੇ ਮੱਥੇ ਨਹੀਂ ਲੱਗਣਾ। ਹਾਂਜੀ, ਕਿਮ ਪਹੁੰਚਾਏ ਗ੍ਰੰਥ ਤਿਸ ਆਗਹਿ, ਗ੍ਰੰਥ ਸਾਹਿਬ ਉੱਥੇ ਕਿਵੇਂ ਪਹੁੰਚਾਈਏ ਹੁਣ, ਤਰਨੀ ਜਿਹੜੇ ਸਾਡੇ ਸਿੱਖ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਇਹ ਗ੍ਰੰਥ ਉਹਦੇ ਅੱਗੇ ਜਾ ਕੇ ਕਿਵੇਂ ਰੱਖਦੇ ਆ ਵੀ ਲਓ ਗ੍ਰੰਥ ਸਾਹਿਬ ਤੁਸੀਂ ਸੰਭਾਲ ਲਵੋ, ਕੀ ਕਰੀਏ ਹੁਣ। ਤਰਨੀ ਕੀ ਪ੍ਰਤੀਖਨਾ ਕਰਤੇ, ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਵੇਂ ਉਹਨਾਂ ਦੀ ਇਨਫੋਰਮੇਸ਼ਨ ਵਿੱਚ ਇਹ ਸਾਰੀ ਘਟਨਾ ਹੈ ਸਾਡੇ ਨਾਲ ਸਾਂਝੀ ਕਰਦੇ ਨੇ। ਕਹਿੰਦੇ ਨੇ ਐਂ ਵਿਚਾਰ ਰਹੇ ਨੇ, ਬੇੜੀ ਦੀ ਇੰਤਜ਼ਾਰ ਕਰਦੇ ਪਏ ਨੇ। ਇਸ ਕਾਰਜ ਕੋ ਹਿਰਦੈ ਵਿਚਰਤੇ, ਔਰ ਅੰਦਰ ਸਤਿਗੁਰੂ ਮਹਾਰਾਜ ਹਿਰਦੇ ਵਿੱਚ ਵਿਚਾਰਦੇ ਨੇ ਪਏ। ਜਬ ਨੌਕਾ ਚਲ ਕਰ ਢਿਗ ਆਈ, ਜਿਸ ਵੇਲੇ ਬੇੜੀ ਆ ਗਈ ਭਏ ਅਰੂਡਨ ਤਬ ਹੈ ਗੁਸਾਈ, ਤਾਂ ਸਤਿਗੁਰੂ ਮਹਾਰਾਜ ਫਿਰ ਬੇੜੀ ਤੇ ਆਪ ਸਵਾਰ ਹੋਏ ਸਮੇਤ ਆਪਣੇ ਘੋੜੇ ਦੇ। ਸਿਅੰਦਨ ਡੋਰੇ ਨਰ ਸਮੁਦਾਏ, ਮਾਤਾ ਜੀ ਹੋਰਾਂ ਦਾ ਰਥ ਵੀ, ਰਥ ਸਹਿਤ ਮਾਤਾ ਜੀ ਵੀ ਨਾਲ ਡੋਲੇ ਜਿਹੜੇ ਸਨ ਸ਼੍ਰੀ ਮਾਤ ਗੁਜਰੀ ਜੀ ਹੋਰਾਂ ਦੇ ਉਹ ਵੀ ਸਾਰੇ ਨਾਲ, ਹੋਰ ਗੋਲੀਆਂ ਸੇਵਕਾਵਾਂ ਸਨ ਉਹ ਵੀ ਨਾਲ। ਮੱਖਣ ਆਦਿਕ ਤੁਰਤ ਚੜਾਏ, ਮਾਨਯੋਗ ਭਾਈ ਸਾਹਿਬ ਭਾਈ ਮੱਖਣ ਸ਼ਾਹ ਵੀ ਸਮੇਤ ਘੋੜੇ ਦੇ ਸਵਾਰ ਹੋਏ। ਗੁਰੂ ਗ੍ਰੰਥ ਕੋ ਤਰੀ ਮਝਾਰ, ਔਰ ਸਿੱਖ ਦੇ ਸੀਸ ਤੇ ਜਿਹੜਾ ਉਠਾਇਆ ਹੋਇਆ ਸੀ ਸਹਿਤ ਮੰਜੀ ਸਾਹਿਬ ਦੇ, ਉਹ ਵੀ ਠੀਕ ਥਾਂ ਤੇ ਸਤਕਾਰ ਦੇ ਨਾਲ ਟਿਕਾ ਲਿਆ। ਸ਼ੁਭ ਤਲ ਭਿਖ ਕਰ ਧਨਿਓ ਸੁਧਾਰ, ਅੱਛੀ ਤਰ੍ਹਾਂ ਥੋੜਾ ਜਿਹਾ ਧਿਆਨ ਜਿਹਾ ਰੱਖਦਿਆਂ ਹੋਇਆਂ ਉਸ ਸਥਾਨ ਤੇ ਟਿਕਾ ਲਿਆ। ਕਰਨ ਧਾਰ ਤਬ ਪ੍ਰੇਰਨ ਕਰੀ, ਮੁੱਕਦੀ ਗੱਲ ਮਾਨਯੋਗ ਜੀ ਕਹਿੰਦੇ ਨੇ ਜਿਸ ਵੇਲੇ ਸਾਰੇ ਆ ਕੇ ਬੇੜੀ ਵਿੱਚ ਸਵਾਰ ਹੋ ਗਏ, ਇਸ ਦਾ ਮਤਲਬ ਹੈ ਕਿ ਬੇੜੀ ਚੰਗੀ ਤਕੜੀ ਬੜੀ ਵੱਡੀ ਬੇੜੀ ਸੀ ਜਿਹਨੂੰ ਬੇੜਾ ਕਿਹਾ ਜਾ ਸਕਦਾ ਹੈ। ਉਸ ਬੇੜੇ ਤੇ ਸਮੇਤ ਆਪਣੇ ਸਮਾਨ ਦੇ ਤੇ ਹੋਰ ਸਾਰਾ ਕੁਝ ਲੈ ਕੇ ਜਿਸ ਵੇਲੇ ਸਵਾਰ ਹੋ ਗਏ, ਨੀਰ ਗੰਭੀਰ ਸ਼ੀਗਰ ਚਲ ਤਰੀ, ਤਾਂ ਮਲਾਹ ਨੇ ਫਿਰ ਬੇੜੀ ਨੂੰ ਤੋਰਿਆ ਬੇੜੀ ਨੂੰ ਹੌਲੀ ਹੌਲੀ ਚੱਲਦਿਆਂ ਹੋਇਆਂ। ਪਰਲੇ ਤੀਰ ਗਈ ਤਤਕਾਲਾ, ਤਾਂ ਮਲਾਹ ਨੇ ਨਾ ਜਿਉਂ-ਜਿਉਂ ਤੋਰਦਾ ਆਇਆ ਸਹਿਜੇ ਸਹਿਜੇ ਉਹਦੀ ਸਪੀਡ ਵਧੀ ਤੇ ਪਾਰਲੇ ਕਿਨਾਰੇ ਤੇ ਆ ਲੱਗਾ। ਉਤਰ ਪਰੇ ਸਤਿਗੁਰੂ ਕਿਰਪਾਲਾ, ਤਾਂ ਪਾਰਲੇ ਕਿਨਾਰੇ ਭਾਵ ਜਿਹੜਾ ਦੁਆਬੇ ਵਿੱਚ ਕਿਨਾਰਾ ਲੱਗਦਾ ਹੈ, ਸਤਿਗੁਰੂ ਮਹਾਰਾਜ ਉੱਥੇ ਪਹੁੰਚ ਕੇ ਤੇ ਉਤਰ ਪਏ ਬੇੜੀ ਤੋਂ। ਇੱਕ ਨਰ ਸ਼੍ਰੀ ਕਰਤਾਰਪੁਰੇ ਕੋ, ਸਬੱਬੀ ਇਹ ਗੱਲ ਬਣੀ ਕਿ ਜਿਸ ਬੇੜੀ ਤੇ ਸਤਿਗੁਰੂ ਮਹਾਰਾਜ ਉਹਨਾਂ ਦਾ ਨਾਲ ਸਾਥ ਸਾਰਾ ਆਇਆ ਸਵਾਰ ਹੋ ਕੇ, ਉਸੇ ਹੀ ਬੇੜੀ ਦੇ ਵਿੱਚ ਇੱਕ ਹੋਰ ਵਿਅਕਤੀ ਸੀ ਜਿਹੜਾ ਕਰਤਾਰਪੁਰ ਦਾ ਨਿਵਾਸੀ ਸੀ ਕਿਤੇ ਜੀ। ਉਤਰਿਓ ਗੁਰ ਕੈ ਸੰਗ ਉਰੇ ਕੋ, ਜਿਸ ਵੇਲੇ ਸਤਿਗੁਰੂ ਮਹਾਰਾਜ ਬੇੜੀ ਤੋਂ ਉਤਰੇ ਨਾ ਤਾਂ ਸਿੱਖ ਵੀ ਉਤਰ, ਉਹ ਵਿਅਕਤੀ ਵੀ ਉਤਰਿਆ। ਭੂਜਨ ਕੀਨੋ ਤਾਹੇ ਬਖਾਨਾ, ਭੂਜਨ ਕੀਨੋ ਤਾਹੇ ਬਖਾਨਾ, ਸਤਿਗੁਰੂ ਮਹਾਰਾਜ ਨੇ ਉਸ ਨੂੰ ਪੁੱਛਿਆ ਬੂਝਣ ਕੀਨੋ, ਜਾਣਨਾ ਚਾਹਿਆ। ਤਾਹੇ ਬਖਾਨਾ ਉਸ ਨੂੰ ਪੁੱਛਿਆ, ਮੈਂ ਤਿਸ ਨਗਰ ਵਿਖੈ ਜਲ ਜਾਨਾ, ਤਾਂ ਉਸਨੇ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਜੀ ਮੈਂ ਉੱਥੇ ਜਾਂਦਾ ਹਾਂ। ਸਤਿਗੁਰ ਕਹਿਓ ਕਾਜ ਹਮ ਕੀਜੈ, ਕਿੱਥੇ ਮੈਂ ਜਾਣਾ ਹੈ
ਭਾਵ ਕਰਤਾਰਪੁਰ, ਮੈਂ ਵੀ ਕਰਤਾਰਪੁਰ ਜਾਣਾ ਹੈ। ਸੁਣ ਕੇ ਸਤਿਗੁਰਾਂ ਨੇ ਆਖਿਆ, ਗੁਰਮੁਖਾ ਫਿਰ ਸਾਡਾ ਇੱਕ ਕੰਮ ਕਰ ਤੂੰ ਜੀ। ਏਕ ਸੰਦੇਸ਼ ਧੀਰ ਮਲ ਦੀਜੈ, ਸਾਡਾ ਇੱਕ ਸੰਦੇਸ਼ ਸਾਡਾ ਸੁਨੇਹਾ ਧੀਰ ਮਲ ਤੱਕ ਪਹੁੰਚਾ ਦੇ। ਗੁਰੂ ਗ੍ਰੰਥ ਜੋ ਤੁਮ ਤੇ ਲਿਓ, ਉਹਨੂੰ ਦੱਸ ਦੇ ਜਾ ਕੇ ਕਿ ਤੇਰੇ ਪਾਸੋਂ ਜੋ ਗੁਰੂ ਗ੍ਰੰਥ ਸਾਹਿਬ ਲਿਆਂਦਾ ਗਿਆ ਸੀ, ਸੋ ਦਰਿਆਓ ਵਿਖੇ ਧਰ ਦਿਓ। ਅਸਾਂ ਨੇ ਉਹ ਬਿਆਸ ਦਰਿਆ ਦੇ ਸਪੁਰਦ ਕੀਤਾ ਹੈ, ਆਪ ਜਾਏ ਕਰ ਲਿਓ ਨਿਕਾਸ। ਤੇ ਤੁਸੀਂ ਜਾ ਕੇ ਨਾ ਬਿਆਸ ਦੇ ਵਿੱਚੋਂ ਲੈ ਆਓ। ਪੁੰਨ ਸਦੀਵ ਤੁਮ ਰਾਖੋ ਪਾਸ, ਔਰ ਸਦਾ ਇਸ ਨੂੰ ਆਪਣੇ ਪਾਸ ਸੰਭਾਲੋ, ਤੁਸੀਂ ਆਪ ਸੇਵਾ ਕਰੋ। ਹਮ ਨਹਿ ਕੀਨਸ ਅੰਗੀਕਾਰ। ਵਾਹਿ ਵਾਹਿ, ਕੇਵਲ ਸ਼ਬਦਾਵਲੀ ਹੈ ਗੱਲ ਨੂੰ ਐਕਸਪਲੇਨ ਕਰਨ ਵਾਸਤੇ। ਐਸਾ ਨਹੀਂ ਸੀ, ਕਦੀ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਾਵਨ ਗ੍ਰੰਥ ਦਾ ਸਤਿਕਾਰ ਘੱਟ ਰੱਖਦੇ ਸਨ, ਘੱਟ ਕਰਦੇ ਸਨ, ਨਹੀਂ ਕਰਨਾ ਚਾਹੁੰਦੇ ਸਨ। ਸਤਿਕਾਰ ਵਾਲੀ ਗੱਲ ਨਹੀਂ ਹੈ। ਗੱਲ ਕੀ ਹੈ ਜਿਹੜੀ ਸਾਡੇ ਨਾਲ ਬਜ਼ੁਰਗ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ ਸਤਿਗੁਰਾਂ ਨੇ ਅਜਿਹਾ ਇਸ ਲਈ ਕੀਤਾ ਤੇ ਸਾਰਿਆਂ ਨੂੰ ਸੰਬੋਧਨ ਕਰਕੇ ਕਿਹਾ ਕਿ ਜਿਹੜੀ ਗੱਲ ਸਾਡੇ ਪਿਤਾ ਜੀ ਹੋਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੈ, ਅਸੀਂ ਉਸ ਦਾ ਉਲੰਘਣ ਨਹੀਂ ਕਰਾਂਗੇ। ਜੇ ਉਹਨਾਂ ਨੇ ਖੁਦ ਆਪਣੇ ਹੱਥੀਂ ਗ੍ਰੰਥ ਸਾਹਿਬ ਧੀਰਮਲ ਹੋਰਾਂ ਨੂੰ ਦਿੱਤਾ ਹੈ ਤੇ ਉੱਥੇ ਰਹਿਣ ਦਿੱਤਾ ਹੈ, ਅਸੀਂ ਕੌਣ ਹੁੰਦੇ ਹਾਂ ਬਦੋ-ਬਦੀ ਲੈ ਕੇ ਆਈਏ, ਕਿਸੇ ਵੱਲ ਫੇਰ ਨਾਲ ਲੈ ਕੇ ਆਈਏ? ਅਸੀਂ ਨਹੀਂ ਕਰਾਂਗੇ। ਔਰ ਸੰਗਤਾਂ ਦੇ ਧਿਆਨ ਰਹਿਣਾ ਚਾਹੀਦਾ ਹੈ। ਫਿਰ ਸਮਾਂ ਬੀਤਦਾ ਗਿਆ, ਲੰਬਾ ਸਮਾਂ ਬੀਤਿਆ, ਮਿਸਲਾਂ ਦਾ ਸਮਾਂ ਆਇਆ, ਕਰਤਾਰਪੁਰ ਮਿਸਲਾਂ ਦੇ ਕਬਜ਼ੇ ਵਿੱਚ ਹੀ ਰਿਹਾ, ਸਾਰਾ ਕੁਝ ਹੋਇਆ, ਪਰ ਕਿਸੇ ਨੇ ਵੀ ਪਾਵਨ ਗ੍ਰੰਥ ਸਾਹਿਬ ਉਹਨਾਂ ਦੇ ਪਾਸੋਂ ਖੋਇਆ ਨਹੀਂ ਹੈ। ਇੱਕ ਸਮਾਂ ਐਸਾ ਵੀ ਆਇਆ ਕਿ ਬਾਬਾ ਦੀਪ ਸਿੰਘ ਹੋਰਾਂ ਨੇ ਕੁਛ ਬੀੜਾਂ ਲਿਖੀਆਂ, ਜਿਵੇਂ ਕਿ ਆਮ ਤੌਰ 'ਤੇ ਦਮਦਮਾ ਸਾਹਿਬ ਰਹਿੰਦੇ ਹੋਏ ਉਹ ਸੇਵਾ ਕਰਦੇ ਹੁੰਦੇ ਸਨ। ਉਹਨਾਂ ਨੇ ਬੀੜ ਲੈ ਕੇ ਇੱਥੇ ਆ ਕੇ ਕਰਤਾਰਪੁਰ ਤੇ ਨਾਲ ਮਿਲਾਨ ਕਰ ਲਿਆ, ਲੇਕਿਨ ਬੀੜ ਲੈ ਕੇ ਨਹੀਂ ਗਏ ਨਾਲ। ਕਰਤਾਰਪੁਰ ਵਾਲੀ ਕਰਤਾਰਪੁਰ ਹੀ ਰਹੀ ਹੈ। ਫਿਰ ਮੇਰਾ ਕਹਿਣ ਤੋਂ ਕੀ ਭਾਵ ਹੈ, ਸਤਿਗੁਰਾਂ ਦੇ ਅੰਦਰ, ਮਹਾਰਾਜ ਦੇ ਅੰਦਰ ਇਸ ਗੱਲ ਦਾ ਅਹਿਸਾਸ ਸੀ ਕਿ ਜੋ ਪਿਤਾ ਗੁਰੂ ਜੀ ਨੇ ਆਖਿਆ ਹੈ, ਜੋ ਪਿਤਾ ਗੁਰੂ ਜੀ ਨੇ ਕੀਤਾ ਹੈ, ਅਸੀਂ ਉਸ ਦਾ ਉਲੰਘਣ ਨਹੀਂ ਕਰਨਾ। ਜੇ ਪਿਤਾ ਜੀ ਦੀ ਮਰਜ਼ੀ ਸੀ ਠੀਕ ਹੈ ਰਹਿਣ ਦਿਓ ਇੱਥੇ, ਤਾਂ ਫਿਰ ਰਹਿਣ ਦਿਓ ਇੱਥੇ ਜੀ। ਜਾਏ ਅਗਾਰੀ ਪੰਥ ਮਝਾਰ, ਫਿਰ ਸਤਿਗੁਰੂ ਮਹਾਰਾਜ ਨੇ ਜਾ ਕੇ ਆਖਿਆ ਕਿ ਤੂੰ ਜਾ ਕੇ ਧੀਰਮਲ ਨੂੰ ਐਂ ਆਖ, ਹੱਥ ਜੋੜਤ ਹੈ ਮਾਨਵ ਮਾਨੀ। ਤਾਂ ਹੱਥ ਜੋੜ ਕੇ ਉਸ ਮਨੁੱਖ ਨੇ ਮੰਨ ਲਿਆ। ਮਹਿ ਪਹੁੰਚਿਤ ਹੀ ਕਰੋ ਬਖਾਨੀ। ਸਤਿਗੁਰੂ ਮਹਾਰਾਜ ਮੈਂ ਪਹੁੰਚ ਕੇ ਨਾ ਫੌਰਨ ਛੇਤੀ ਹੀ ਮੈਂ ਧੀਰਮਲ ਹੋਰਾਂ ਨੂੰ ਮੈਂ ਦੱਸ ਦਿਆਂਗਾ, ਤੁਹਾਡਾ ਸੁਨੇਹਾ ਪਹੁੰਚਾ ਦਿਆਂਗਾ। ਇਮ ਸਮਝਾਏ ਗੁਰੂ ਗਤ ਦਾਨੀ। ਆਇਓ ਸਮਝਾ ਕੇ ਨਾ ਸਤਿਗੁਰਾਂ ਨੇ ਉਸ ਨੂੰ ਹੁਤੋ ਗੰਭੀਰ ਬੇਗ ਜਹ ਪਾਨੀ। ਆਪ ਫਿਰ ਖੁਦ ਵਾਪਸ ਪਰਤੇ ਪਾਣੀ ਦੇ ਵਿੱਚ, ਜਿੱਥੇ ਪਾਣੀ ਵਾਹਵਾ ਡੂੰਘਾ ਸੀ, ਜਿੱਥੋਂ ਤੱਕ ਅੱਗੇ ਜਾਇਆ ਜਾ ਸਕਦਾ ਸੀ ਜੀ। ਮੰਜੀ ਕੇ ਸਮੇਤ ਜਲ ਮਾਹੇ। ਸਮੇਤ ਮੰਜੀ ਸਾਹਿਬ ਦੇ ਜਲ ਦੇ ਵਿੱਚ ਕਹਿ ਕਰ ਭਲੇ ਰਖਾਇਓ ਤਾਹੇ। ਸਿੱਖਾਂ ਨੂੰ ਕਹਿ ਕੇ ਉਸ ਥਾਂ ਤੇ ਗ੍ਰੰਥ ਸਾਹਿਬ ਜੀ ਰਖਵਾ ਦਿੱਤੇ ਜਲ ਵਿੱਚ। ਭਲੇ ਸੰਭਾਲੋ ਭੋ ਦਰਿਆਏ। ਨਾਲ ਸੰਬੋਧਨ ਕਰਦਿਆਂ ਆਖਿਆ, ਬਿਆਸ ਬਈ ਤੇਰੇ ਹਵਾਲੇ ਅਸੀਂ ਅਮਾਨਤ ਕਰ ਚੱਲੇ ਆ, ਇਸ ਦੀ ਸੰਭਾਲ ਰੱਖੀ ਜਰਾ ਤੂੰ। ਤੁਝ ਤੇ ਲੇਹੇ ਧੀਰ ਮਲ ਆਏ। ਤੇਰੇ ਪਾਸੋਂ ਧੀਰ ਮਲ ਆ ਕੇ ਲੈ ਲਵੇਗਾ। ਜਲ ਗੰਭੀਰ ਮੈਂ ਜਬ ਹੈ ਟਿਕਾਏ। ਵਾਹਿਗੁਰੂ ਵਾਹਿਗੁਰੂ। ਗੁਰੂ ਕੀਆਂ ਗੁਰੂ ਜਾਨਮ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਵੇਂ ਕੀਤਾ ਉਹਨਾਂ ਨੇ ਟਿਕਾ ਕੇ। ਹਾਂਜੀ।
ਸਕਲ ਬਿਲੋਕਤ ਬਹੁ ਬਿਸਮਾਏ। ਸਾਰਿਆਂ ਨੇ ਵੇਖਿਆ ਤੇ ਵੇਖ ਕੇ ਬੜੇ ਹੈਰਾਨ ਹੋਏ। ਪ੍ਰਥਮ ਕਹਿਤ ਵਿਪਰੀਤ ਵਿਸਾਲਾ। ਕਹਿੰਦੇ ਨੇ ਭਾਈ ਸਾਹਿਬ ਕਹਿੰਦੇ ਨੇ ਉਹੀ ਸਿੱਖ ਜਿਹੜੇ ਉਲਟ ਬੋਲ ਰਹੇ ਸਨ ਪਹਿਲਾਂ, ਧੀਰਮਲ ਦੇ ਕੋਲ ਅਸੀਂ ਕਿਉਂ ਜਾਈਏ, ਕਿਉਂ ਲੈ ਕੇ ਜਾਈਏ, ਹਾਂਜੀ ਅਸੀਂ ਮੱਥੇ ਨਹੀਂ ਲੱਗਣਾ ਚਾਹੁੰਦੇ, ਜਿਹੜੇ ਐਸੇ ਪਹਿਲਾਂ ਵਚਨ ਝੱਟ ਪਹਿਲਾਂ ਕਹਿ ਰਹੇ ਸਨ। ਰਿਪ ਕੋ ਚਹਿਤ ਭਲੋ ਸਭ ਕਾਲਾ। ਲੇਕਿਨ ਨਾ ਸਾਡੇ ਸਤਿਗੁਰੂ ਮਹਾਰਾਜ ਜਿਸ ਦੇ ਅਸੀਂ ਮੱਥੇ ਨਹੀਂ ਲੱਗਣਾ ਚਾਹੁੰਦੇ, ਸਿਰਫ ਇਸ ਕਰਕੇ ਕਿ ਉਸ ਨੇ ਸਾਡੇ ਸਤਿਗੁਰਾਂ ਤੇ ਵਧੀਕੀ ਕੀਤੀ ਹੈ, ਤੇ ਸਾਡੇ ਸਤਿਗੁਰੂ ਹਮੇਸ਼ਾ ਹੀ ਉਸ ਤੇ ਦਿਆਲੂ ਹੋਏ ਨੇ। ਹੁਣ ਜਲ ਦੇ ਵਿੱਚ ਉਸ ਦੇ ਵਾਸਤੇ ਗ੍ਰੰਥ ਰੱਖ ਦਿੱਤਾ ਨੇ ਜੀ। ਵਸਤ ਅਮੋਲਕ ਰਖ ਬੇ ਲਾਇਕ। ਵਾਹਿਗੁਰੂ, ਇਹ ਤਾਂ ਅਮੋਲਕ ਵਸਤੂ ਸੀ, ਵਾਹਿਗੁਰੂ ਅਮੋਲਕ ਖਜ਼ਾਨਾ ਸੀ ਆਪਣੇ ਕੋਲ ਰੱਖਣ ਵਾਲਾ। ਹਾਂਜੀ, ਦੇ ਸ਼ਰੀਕ ਕੇ ਸਦਨ ਸੁਭਾਇਕ। ਇਹ ਸ਼ਰੀਕਾਂ ਨੂੰ ਦੇਣ ਵਾਲਾ ਨਹੀਂ ਐ ਸੀ ਬਈ ਸ਼ਰੀਕਾਂ ਦੇ ਘਰ ਦੇ ਵਿੱਚ ਸ਼ੋਭੇ, ਸ਼ਰੀਕਾਂ ਦੀ ਇਹ ਸ਼ਾਨ ਵਧਾਵੇ, ਐਸਾ ਨਹੀਂ ਸੀ ਚਾਹੀਦਾ। ਕੋ ਤਹਿ ਗਇਓ ਨਾ ਅਬ ਕਿਆ ਕਰਿਓ। ਹਾਂਜੀ, ਕੋ ਤਹਿ ਗਇਓ ਨਾ ਅਬ ਕਿਆ ਕਰਿਓ। ਉਦੋਂ ਨਹੀਂ ਸਾਡੇ ਆਖੇ ਲੱਗੇ, ਹੁਣ ਦੇਖੋ ਹੁਣ ਕੀ ਕਰ ਦਿੱਤਾ ਇਹਨਾਂ ਨੇ। ਹਾਂਜੀ, ਸਲਤਾ ਸਹਿਤ ਬੇਗ ਮਹਿ ਧਰਿਓ। ਦਰਿਆ ਵਹਿ ਰਿਹਾ ਏ, ਪਾਣੀ ਦਾ ਵੇਗ ਹੈ, ਵਹਿੰਦੇ ਪਾਣੀ ਦੇ ਵਿੱਚ ਹੁਕਮ ਕੀਤਾ ਨੇ, ਸਿੱਖਾਂ ਨੇ ਰੱਖ ਦਿੱਤਾ ਹੈ। ਜਲ ਮਹਿ ਕਾਗਦ ਭੀਗਹਿ ਜਬੈ। ਹੁਣ ਜਲ ਦੇ ਵਿੱਚ ਭਲਾ ਕਾਗਜ਼ ਭਿੱਜੇਗਾ ਨਹੀਂ, ਪੱਤਰੇ ਭਿੱਜਣਗੇ ਨਹੀਂ ਜੀ। ਬਚੇ ਨਾ ਸ਼ੀਗਰ ਜਾਹੇ ਗੁਰ ਤਬੈ। ਇਹ ਕਿੰਨਾ ਚਿਰ ਨਾ ਭਿੱਜੇਗਾ, ਦਰਿਆ ਦੇ ਵਿੱਚ ਹੈ, ਭਿੱਜੇਗਾ, ਕਾਗਜ਼ ਗਲ ਜਾਏਗਾ। ਕਿਵੇਂ ਅੱਖਰ ਸਾਬਤ ਰਹਿ ਜੈ। ਔਰ ਜਿਸ ਵੇਲੇ ਪੇਪਰ ਗਲ ਗਿਆ, ਕਾਗਜ਼ ਗਲ ਗਿਆ, ਉਸ ਦੇ ਅੱਖਰ ਜਿਹੜੇ ਨੇ, ਬਾਣੀ ਦੇ ਅੱਖਰ, ਸ਼ਬਦ, ਉਹ ਕਿਵੇਂ ਰਹਿ ਸਕਣਗੇ ਜੀ। ਬਿਨਾ ਭੀਤ ਜਿਮ ਚਿਤਰ ਨ ਪਹਿ। ਸਿੱਖ ਵਿਚਾਰਦੇ ਨੇ, ਕਹਿੰਦੇ ਨੇ ਇਹ ਬੜਾ ਅਸਮੰਜਸ ਹੈ, ਬੜੀ ਅਚਰਜਤਾ ਵਾਲੀ ਬਾਤ ਹੈ। ਇਤਿਆਦਿਕ ਆਪਸ ਮੈਂ ਕਹੈ। ਐਉਂ ਨਾ ਆਪਸ ਵਿੱਚ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਨੇ। ਗੁਰ ਮਹਿਮਾ ਕਹੋ ਭੇਵ ਨ ਲਹੈ। ਵਾਹਿਗੁਰੂ ਵਾਹਿਗੁਰੂ, ਆਪਾਂ ਰੁਕ ਜਾਈਏ ਇੱਥੇ। ਮਾਣਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਸੰਗਤ ਜੀਓ ਸਿੱਖ ਸਿੱਖ ਹੀ ਹੈ ਤੇ ਗੁਰੂ ਗੁਰੂ ਹੀ ਹੈ। ਸਿੱਖ ਦੀਆਂ ਆਪਣੀਆਂ ਭਾਵਨਾਵਾਂ ਨੇ, ਗੁਰੂ ਦਾ ਸ਼ੁਭ ਚਿੰਤਕ ਹੈ, ਗੁਰੂ ਸਾਹਿਬ ਦਾ ਸ਼ੁਭ ਚਿੰਤਕ ਹੈ, ਪਰ ਗੁਰੂ ਦੀਆਂ ਉਡਾਰੀਆਂ ਬਹੁਤ ਉੱਚੀਆਂ ਨੇ, ਬਹੁਤ ਉੱਚੀਆਂ ਨੇ। ਅਸੀਂ ਵਾਰ-ਵਾਰ ਆਖਦੇ ਹਾਂ ਸਤਿਗੁਰੂ ਮਹਾਰਾਜ ਬੜੇ ਪਰਉਪਕਾਰੀ ਨੇ, ਮਹਾਨ ਪਰਉਪਕਾਰੀ ਨੇ, ਇਸ ਵਿੱਚ ਕੋਈ ਸ਼ੱਕ ਤਾਂ ਨਹੀਂ ਨਾ ਹੈ। ਪਹਿਲੇ ਦਿਨ ਤੋਂ ਹੀ ਡੇ 1 ਤੋਂ ਲੈ ਕੇ ਇਹਨਾਂ ਦੀ ਬਿਰਤੀ ਕਰਤਾਰ ਨੇ ਐਸੀ ਬਣਾਈ ਹੋਈ ਹੈ, ਬਿਲਕੁਲ ਐਸੀ ਬਣਾਈ ਹੋਈ ਹੈ। ਆਪਣੇ ਕੱਪੜੇ ਵੀ ਲਾ ਕੇ ਦੇ ਦਿੰਦੇ ਸਨ, ਦਾਨ ਕਰ ਦਿੰਦੇ ਸਨ ਮੰਗਤਿਆਂ ਨੂੰ, ਲੋੜਵੰਦਾਂ ਨੂੰ। ਔਰ ਕਿਸੇ ਦਿਨ ਆਇਆ ਆਪਣਾ ਸਰੀਰ ਰੂਪੀ ਕੱਪੜਾ ਵੀ ਦਾਨ ਕਰ ਦਿੱਤਾ, ਉਹ ਵੀ ਕੁਰਬਾਨ ਕਰ ਦਿੱਤਾ। ਇੰਨੀ ਦੁਰਲੱਭ ਵਸਤੂ ਅੱਜ ਹੁਣ ਹੱਥ ਵਿੱਚ ਸੀ। ਭਾਈ ਮੱਖਣ ਸ਼ਾਹ ਨੇ ਰਖਵਾਈ ਸੀ, ਮਾਤਾ ਨਾਨਕੀ ਹੋਰਾਂ ਰਖਵਾਈ ਸੀ, ਲੇਕਿਨ ਸਤਿਗੁਰਾਂ ਨੇ ਆਖਿਆ ਨਹੀਂ, ਜੋ ਪਿਤਾ ਗੁਰੂ ਜੀ ਦੀ ਇੱਛਾ ਸੀ ਨਾ, ਉਸ ਇੱਛਾ ਦੀ ਪੂਰਤੀ ਹੋਣੀ ਚਾਹੀਦੀ ਹੈ। ਜੇ ਪਿਤਾ ਗੁਰੂ ਜੀ ਨੇ ਛੱਡਿਆ ਸੀ, ਅਸੀਂ ਵੀ ਛੱਡ ਦਈਏ। ਮੈਨੂੰ ਐਂ ਲੱਗਦਾ ਹੈ ਜਿਵੇਂ ਸਾਨੂੰ ਸਾਰਿਆਂ ਨੂੰ ਨਾ ਪਿਆਰ ਨਾਲ ਪੜ੍ਹਨਾ ਚਾਹੀਦਾ ਹੈ। ਗੁਰ ਕੋ ਬਲ ਬਲ ਜਾਈਏ ਐਸੇ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ ਐਸੇ, ਗੁਰ ਕੋ ਬਲ ਬਲ ਜਾਈਏ ਐਸੇ, ਗੁਰ ਕੋ ਬਲ ਬਲ ਜਾਈਏ
ऐसे गुर को बल बल जाइए। ऐसे गुर को बल बल जाइए, ऐसे गुर को बल बल जाइए। आप मुकत मोहे तार है। ਇੱਥੇ ਆਏ ਤਾਰਨ ਵਾਸਤੇ ਹੀ ਆਏ ਸਨ ਨਾ। ਇੱਕ ਝੀਵਰ ਨੇ ਆ ਕੇ ਬੇਨਤੀ ਕੀਤੀ, ਇੱਥੇ ਉਚੇਚੇ ਤੌਰ ਤੇ ਚੱਲ ਕੇ ਆਏ। ਇੱਕ ਮਾਈ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਮੇਰੇ ਅਠਰਾਏ ਹੋ ਕੇ ਜਾਂਦੇ ਪਏ ਨੇ, ਕਿਰਪਾ ਕਰੋ। ਭਾਗ ਲਾਤੇ ਇਸ ਸਥਾਨ ਤੇ ਆ ਕੇ। ਜਿਹੜਾ ਵੀ ਆ ਕੇ ਇਸ਼ਨਾਨ ਕਰੇਗਾ ਮਾਤਾ, ਉਸ ਦੇ ਘਰ ਫਿਰ ਇਹੋ ਜਿਹਾ ਹਾਦਸਾ ਨਹੀਂ ਹੋਵੇਗਾ, ਰਾਜ਼ੀ ਹੋ ਜਾਣਗੇ। ਐਸੇ ਦੁੱਖ ਨਿਵਾਰਨ ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਕਿਰਪਾ ਕਰਨ ਤੇ ਸਥਾਨ ਦਾ ਨਾਮ ਹੀ ਦੁੱਖ ਨਿਵਾਰਨ ਸਾਹਿਬ ਹੋ ਗਿਆ। ਦੁੱਖ ਨਿਵਾਰਨ ਤਾਂ ਆਪ ਨੇ ਨਾ ਪਾਤਸ਼ਾਹ, ਪਰ ਉਪਕਾਰੀ ਸਾਹਿਬ ਜਿਨ੍ਹਾਂ ਦਾ ਨਾਮ ਹੀ ਦੁੱਖ ਨਿਵਾਰਨ ਹੈ। ਹੁਣ ਧੀਰਮਲ ਦਾ ਦੁੱਖ ਵੀ ਵੇਖ ਕੇ ਬਰਦਾਸ਼ਤ ਨਹੀਂ ਕਰ ਸਕੇ ਤੇ ਇਸ ਢੰਗ ਦੇ ਨਾਲ ਉਹਦੇ ਵਾਸਤੇ ਪਾਵਨ ਗ੍ਰੰਥ ਸਾਹਿਬ ਜਲ ਵਿੱਚ ਰੱਖ ਕੇ ਤੇ ਅੱਗੇ ਚਾਲੇ ਪਾ ਦਿੱਤੇ। ਅੱਗੇ ਫਿਰ ਕੀ ਹੁੰਦਾ ਹੈ, ਮਾਨਯੋਗ ਭਾਈ ਸਾਹਿਬ ਜਿਵੇਂ ਜ਼ਿਕਰ ਕਰਦੇ ਨੇ, ਤੁਸਾਂ ਨੇ ਕੱਲ੍ਹ ਨੂੰ ਵਿਚਾਰਨ ਦਾ ਯਤਨ ਕਰਨਾ। ਇਸੇ ਤਰ੍ਹਾਂ ਪਿਆਰ ਅਤੇ ਸ਼ਰਧਾ ਸਿਦਕ ਦੇ ਨਾਲ ਮੈਨੂੰ ਆਗਿਆ ਬਖਸ਼ੋ। ਸੇਵਾ ਨਿਭਾਉਂਦਿਆਂ ਹੋਇਆਂ ਜੇ ਕੋਈ ਭੁੱਲ ਤਰੁੱਟੀ ਹੋ ਗਈ ਹੋਵੇ, ਆਪਣਾ ਬੱਚਾ ਸੇਵਾਦਾਰ ਜਾਣ ਕੇ ਖਿਮਾ ਕਰਨਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।